ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਸਤਿੰਦਰ ਵਿਰਕ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਕੇਅਰ ਏਸ਼ੀਆ ਟੀਵੀ ਤੋਂ। ਤੇ ਆਪ ਸਭ ਸਰੋਤਿਆਂ ਨੂੰ ਪਤਾ ਹੀ ਹੈ ਕਿ ਆਪਾਂ ਹਰ ਵਾਰ ਨਵਾਂ ਐਪੀਸੋਡ ਜਿਹੜਾ ਲੈ ਕੇ ਆਉਂਦੇ ਹਾਂ, ਵੱਖਰੀ ਜਾਣਕਾਰੀ, ਵੱਖਰੇ ਮੁੱਦਿਆਂ ਤੇ ਵੱਖਰੀ ਸ਼ਖਸੀਅਤ। ਸੋ ਅੱਜ ਅਸੀਂ ਪਹਿਲਾਂ ਦੀ ਤਰ੍ਹਾਂ ਇੱਕ ਬਹੁਤ ਮਹਾਨ ਸ਼ਖਸੀਅਤ, ਜੇ ਮੈਂ ਗੱਲ ਕਰਾਂ ਪਿਛੋਕੜ ਦੀ, ਤਾਂ ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਭਗਤ ਪੂਰਨ ਸਿੰਘ ਜੀ ਬਾਰੇ ਜਾਣਦੇ ਹਾਂ, ਅਬਦੁਲ ਸਤਾਰ ਇੰਦੀ ਬਾਰੇ ਜਾਣਦੇ ਹਾਂ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਰੁਤਬਾ ਆ, ਮਦਰ ਟਰੇਸਾ ਬਾਰੇ ਜਾਣਦੇ ਆ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਦੇ ਲਈ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਚਲਾਈਆਂ, ਅਤੇ ਬਹੁਤ ਸਾਰੇ ਜਿਹੜੇ ਆ ਰੋਗੀ ਜਾਂ ਜਿਹੜੇ ਬੇਸਹਾਰਾ ਜਿਹੜੇ ਲੋਕ ਸੀ ਉਹਨਾਂ ਨੇ ਉਸ ਚੀਜ਼ ਦਾ ਕਿਤੇ ਨਾ ਕਿਤੇ ਨਾਲ ਜੁੜ ਕੇ ਜਿਹੜਾ ਫਾਇਦਾ ਉਹਨਾਂ ਨੇ ਲਿਆ। ਅਤੇ ਇੱਦਾਂ ਦੇ ਜਿਹੜੀਆਂ ਸੰਸਥਾਵਾਂ ਨੇ, NGOs ਨੇ, ਉਹ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਆ ਸਮਾਜ ਨੂੰ ਸੁਧਾਰਨ ਦਾ, ਜਾਂ ਲਾ ਲਓ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਕਦਰਾਂ ਕੀਮਤਾਂ ਜਿਹੜੀਆਂ ਉਹ ਕਿਸੇ ਕਾਰਨ ਕਰਕੇ ਗਿਰਾਵਟ ਦੇ ਵਿੱਚ ਨੇ, ਉਹਨਾਂ ਨੂੰ ਜਿਹੜਾ ਸਹੀ ਕਰਨ ਦੇ ਲਈ ਜਿਹੜਾ ਉਹਨਾਂ ਦੀ ਗਤੀਵਿਧੀਆਂ ਉਹ ਬਹੁਤ ਵੱਡਾ ਯੋਗਦਾਨ ਜਿਹੜੀਆਂ ਦੇ ਰਹੀਆਂ। ਸੋ ਅੱਜ ਅਸੀਂ ਮੋਹਾਲੀ ਤੋਂ ਥੋੜ੍ਹਾ ਜਿਹਾ ਦੂਰ ਇੱਕ ਟਰਸਟ ਆ ਜੀ, ਆਪ ਸਭ ਕਈ ਜਾਣਦੇ ਵੀ ਹੋਵੋਗੇ ਜਿੰਨੇ ਸਰੋਤੇ ਜੁੜੇ ਆ ਜਿਹੜੇ ਮੋਹਾਲੀ ਦੇ ਨੇੜੇ ਤੇੜੇ ਹੈਗੇ ਆ, ਪ੍ਰਭ ਆਸਰਾ ਟਰਸਟ। ਪ੍ਰਭ ਆਸਰਾ ਮਤਲਬ ਕਿ ਜਿਹੜਾ ਰੱਬ ਦਾ ਘਰ, ਪਰਮਾਤਮਾ ਵੱਲੋਂ ਦਿੱਤੀ ਗਈ ਜਿਹੜੀ ਸ਼ੈਲਟਰ ਆ, ਉਹ ਇੱਦਾਂ ਦਾ ਜਿਹੜਾ NGO ਆ, ਟਰਸਟ ਆ, ਉਹ ਜਿਹੜਾ ਬਣਾਇਆ ਸੀ। ਸੋ ਜਿਹੜੇ ਟਰਸਟੀ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ, ਆਪਾਂ ਉਹਨਾਂ ਨਾਲ ਬੈਠੇ ਹੋਏ ਹਾਂ। ਪੂਰੀ ਕੇਅਰ ਏਸ਼ੀਆ ਟੀਮ ਵੱਲੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ, ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਤੁਸੀਂ ਬਿਜ਼ੀ ਸੀ, ਪਰ ਸਾਡੇ ਲਈ ਤੁਸੀਂ ਟਾਈਮ ਕੱਢਿਆ। ਅਸੀਂ ਮਤਲਬ ਕਿ ਬਹੁਤ ਬਹੁਤ ਆਭਾਰੀ ਹਾਂ ਸਾਰੀ ਟੀਮ ਤੁਹਾਡੀ। ਨਹੀਂ, ਮੈਂ ਸਮੁੱਚੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਅਤੇ ਸਮੁੱਚੀ ਟੀਮ ਵੱਲੋਂ ਤੁਹਾਨੂੰ ਇੱਥੇ ਜੀ ਆਇਆਂ ਕਹਿੰਦਾ, ਅਤੇ ਤੁਹਾਡੀ ਭਾਵਨਾਵਾਂ ਵੀ ਸਲੂਟ ਕਰਦਾ ਵੀ ਤੁਸੀਂ ਕਿਵੇਂ ਵੌਇਸਲੈਸ ਦੀ ਵੌਇਸ ਲਾਈਕ ਬਣ ਰਹੇ ਹੋ। ਅਤੇ ਤੁਹਾਡੀ ਸਮੁੱਚੀ ਮੈਨੇਜਮੈਂਟ ਨੂੰ ਬਹੁਤ ਬਹੁਤ ਸਲੂਟ, ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਰ, ਆਪਾਂ ਜਿੱਦਾਂ ਕਿ ਬਾਹਰੋਂ ਆ ਰਹੇ ਸੀ ਤਾਂ ਅਸੀਂ ਐਂਟਰ ਕੀਤਾ ਅਤੇ ਦੇਖਿਆ ਕਿ ਇੱਥੇ ਬਹੁਤ ਸਾਰੇ ਮੈਨੂੰ ਲੱਗਦਾ ਕਿ ਮੈਂਟਲੀ ਪੇਸ਼ੈਂਟ ਵਗੈਰਾ ਉਹ ਵੀ ਹੈਗੇ ਨੇ, ਜਾਂ ਜਿਹੜੇ ਜਿਨ੍ਹਾਂ ਦਾ ਸ਼ੈਲਟਰ ਨਹੀਂ ਹੈਗਾ ਉਹ ਵੀ ਪੇਸ਼ੈਂਟ। ਥੋੜ੍ਹੀ ਜਾਣਕਾਰੀ ਅਸੀਂ ਬਾਹਰੋਂ ਲੈ ਕੇ ਆਏ ਸੀ ਥੋੜ੍ਹੀ ਬਹੁਤ, ਅਤੇ ਮੈਨੂੰ ਪਲੀਜ਼ ਦੱਸੋਗੇ ਕਿ ਇੱਦਾਂ ਦਾ ਜਿਹੜਾ ਸ਼ੈਲਟਰ ਆ, ਹੁਣ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡੀ ਬਿਲਡਿੰਗ ਬਣ ਚੁੱਕੀ ਆ, ਇਹ ਆਪ ਜੀ ਨੇ ਕਦੋਂ ਸ਼ੁਰੂਆਤ ਕੀਤੀ ਆ ਜੀ? ਕਿ ਕਿਹੜੀ ਸੰਨ ਦੇ ਵਿੱਚ ਪ੍ਰਭ ਆਸਰਾ ਜਿਹੜਾ ਟਰਸਟ ਆ ਤੁਸੀਂ ਬਣਾਉਣ ਬਾਰੇ ਸੋਚਿਆ, ਜਾਂ ਕੁਦਰਤੀ ਬਣ ਗਿਆ, ਜਾਂ ਪਰਮਾਤਮਾ ਵੱਲੋਂ ਕੁਛ ਖਾਸ ਇੰਡਕਸ਼ਨ ਮਿਲੀ ਤੁਹਾਨੂੰ ਅਤੇ ਤੁਸੀਂ ਇੱਦਾਂ ਦੇ ਜਿਹੜਾ ਸਮਾਜ ਸੇਵੀ ਕੰਮ ਵੱਲ ਪ੍ਰੇਰਿਤ ਹੋਏ ਕਰਨ ਦੇ ਲਈ? ਬਿਲਕੁਲ, ਆਵਾਜ਼ ਤਾਂ ਹਰ ਇੱਕ ਨੂੰ ਅੰਦਰੋਂ ਆ ਹੀ ਰਹੀ ਹੈ। ਹਰ ਇੱਕ ਇਨਸਾਨ ਆਪਣੇ ਵਿਸ਼ਵਾਸਾਂ ਦੇ ਆਧਾਰ 'ਤੇ ਜਿੰਦਾ, ਜਿੰਨੇ ਤਰ੍ਹਾਂ ਦੇ ਲੋਕ ਹੈ ਉਨੇ ਤਰ੍ਹਾਂ ਦੇ ਉਹਨਾਂ ਦੇ ਵਿਸ਼ਵਾਸ ਹੈ, ਅਤੇ ਹਰ ਇੱਕ ਬੰਦਾ ਆਪਣੇ ਟਾਰਗੇਟ ਲਾਈਫ ਦੇ ਜਿਹੜੇ ਹੈਗੇ ਗੋਲ ਡਿਸਾਈਡ ਕਰਦਾ ਆਪਣੇ ਵਿਸ਼ਵਾਸਾਂ ਦੇ ਆਧਾਰ 'ਤੇ। ਕੋਈ ਕਹਿੰਦਾ ਪੈਸਾ ਬਹੁਤ ਇੰਪੋਰਟੈਂਟ ਹੈ, ਕੋਈ ਕਹਿੰਦਾ ਪ੍ਰਿੰਸੀਪਲ ਬਹੁਤ ਇੰਪੋਰਟੈਂਟ ਹੈ। ਜਿਹੜਾ ਕਹਿੰਦਾ ਵੀ ਪੈਸਾ ਇੰਪੋਰਟੈਂਟ, ਉਹ ਪ੍ਰਿੰਸੀਪਲ ਪੈਸੇ ਤੋਂ ਕੁਰਬਾਨ ਕਰ ਦਿੰਦਾ ਹੈ। ਜਿਹੜਾ ਕਹਿੰਦਾ ਪ੍ਰਿੰਸੀਪਲ ਬਹੁਤ ਇੰਪੋਰਟੈਂਟ ਹੈ, ਉਹ ਪੈਸਾ ਪ੍ਰਿੰਸੀਪਲ ਤੋਂ ਕੁਰਬਾਨ ਕਰ ਦਿੰਦਾ ਹੈ ਨਾ। ਹਰ ਇੱਕ ਦੀ ਲਾਈਫ ਜਿਹੜੀ ਹੈ ਇਸ ਤਰੀਕੇ ਨਾਲ ਚੱਲਦੀ ਹੀ ਨਜ਼ਰ ਆਉਂਦੀ ਹੈ। ਪਰ ਬਚਪਨ ਤੋਂ ਜਦੋਂ ਜੀਵਨ ਦੀ ਯਾਤਰਾ ਸ਼ੁਰੂ ਹੋਈ ਹੈ, ਹਲਕਾ ਜਿਹਾ ਖੇਤੀਬਾੜੀ ਦਾ ਕੰਮ ਪੇਰੈਂਟਸ ਦਾ, ਅਤੇ ਉਸ ਦੇ ਵਿੱਚ ਮਤਲਬ ਬੜੇ ਤਰ੍ਹਾਂ ਦੀਆਂ ਭਾਂਤ ਦੀਆਂ ਸਾਖੀਆਂ ਸੁਣਾਉਣੀਆਂ ਗੁਰੂਆਂ ਪੀਰਾਂ ਫਕੀਰਾਂ ਦੀਆਂ, ਉਹਨਾਂ ਨੇ ਸਿੱਖਿਆਵਾਂ, ਅਤੇ ਫਿਰ ਉਹ ਭਾਂਤ ਦੇ ਖਿਆਲ ਆਉਣੇ ਸਰੀਰ ਦੇ ਪ੍ਰਤੀ, ਸ੍ਰਿਸ਼ਟੀ ਪ੍ਰਤੀ ਅਚਨਚੇਤੀ। ਜਦੋਂ ਕੋਈ ਸਾਡਾ ਮਤਲਬ ਛੋਟੀ ਜਿਹੀ ਚਲੋ ਉਮਰ ਦੇ ਵਿੱਚ ਇੱਕ ਫਰੈਂਡ ਸੀ ਜਿਹੜਾ ਉਹ ਚੜ੍ਹਾਈ ਕਰ ਗਿਆ, ਫਿਰ ਉਹਨੇ ਉਹ ਸਿੱਖਿਆਵਾਂ ਦੇ ਆਧਾਰ 'ਤੇ ਜਦੋਂ ਲਾਈਕ ਉਹ ਕੁਦਰਤ ਨੂੰ ਬੜਾ ਸਮਝਣ ਦੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤਰੰਜਾਈ ਲਖਿਆ, ਉਹ ਬੜੇ ਅਲੱਗ-ਅਲੱਗ ਤਰੀਕੇ ਨਾਲ ਫਿਰ ਕਈ ਵਾਰ ਤਾਂ ਚੈਪਟਰ ਖੋਲ੍ਹ ਦਿੰਦੀ ਸੀ ਉਹ, ਫਿਰ ਬੜਾ ਕੁਝ ਚੈਪਟਰ ਖੁੱਲ੍ਹਦੇ ਸੀ ਅਤੇ ਫਿਰ ਬੜਾ ਕੁਛ ਦਿਮਾਗ ਨੂੰ ਖੋਲ੍ਹਦੇ ਸੀ, ਫਿਰ ਦੂਜੀ ਲਹਿਰ ਆਉਂਦੀ ਸੀ, ਫਿਰ ਬੰਦ ਕਰਾ ਦਿੰਦੀ ਸੀ, ਫਿਰ ਉਹ ਹੋਰ ਪਾਸੇ ਨੂੰ ਭਜਾ ਲੈ ਜਾਂਦੀ ਸੀ। ਇਸ ਕਰਕੇ ਪਰ ਜਦੋਂ ਖੁੱਲ੍ਹਦਾ ਸੀ ਨਾ ਉਹ, ਅਤੇ ਉਸ ਵੇਲੇ ਫਿਰ ਉਹ ਸਰੀਰ ਅਤੇ ਸ੍ਰਿਸ਼ਟੀ ਦੇ ਪ੍ਰਤੀ, ਸੰਸਾਰ ਦੇ ਪ੍ਰਤੀ ਜਿਹੜਾ ਨਜ਼ਰੀਆ ਹੈ ਉਹ ਕਾਫੀ ਹੱਦ ਤੱਕ ਬਦਲ ਦਿੰਦੀ ਸੀ। ਵੀ ਜਿਸ ਤਰ੍ਹਾਂ ਸਰੀਰ ਨੂੰ ਮੈਂ ਤੱਕ ਰਿਹਾ ਅਤੇ ਸੰਸਾਰ ਨੂੰ ਮੈਂ ਤੱਕ ਰਿਹਾ, ਕਮ ਸੇ ਕਮ ਐਸਾ ਤਾਂ ਇਹ ਸਰੀਰ ਨਹੀਂ ਹੈਗਾ ਅਤੇ ਸੰਸਾਰ ਨਹੀਂ ਹੈਗਾ, ਅਤੇ ਜਿਹੋ ਜਿਹਾ ਇਹਦੇ ਪਿਛਲਾ ਸੱਚ ਕੀ ਹੈਗਾ, ਉਹਦੇ ਲਈ ਭਾਵੇਂ ਬਹੁਤ ਸਾਰੇ ਸਵਾਲ ਛੱਡ ਜਾਂਦੀ ਉਹ ਮੂਵਮੈਂਟ, ਅਤੇ ਉਹ ਅਜੇ ਵੀ ਚੱਲ ਰਹੇ ਹੈਗੇ ਆ, ਅਤੇ ਪਰ ਬਹੁਤ ਕੁਛ ਰਿਅਲਾਈਜ਼ ਕਰਾ ਜਾਂਦੀ ਹੈ। ਜਿਹੜੇ ਚਿਰਾਂ ਤੋਂ ਬਗਾਨੇ ਲੱਗਦੇ ਆ ਉਹ ਅਖੀਰ ਨੂੰ ਇੱਕ ਤੋਂ ਹੀ ਆਏ ਹੋਏ ਦਰਸਾ ਜਾਂਦੀ ਹੈ ਉਹ ਮੂਵਮੈਂਟ। ਅਤੇ ਉਸ ਦੇ ਵਿੱਚ ਫਿਰ ਬੜੇ ਸਵਾਲ ਜੀਵਨ ਦਾ ਸੱਚ ਨੂੰ ਸਮਝਣ ਲਈ, ਇੱਦਾਂ ਦੇ ਸਵਾਲ ਜਿਹੜੇ ਸੀ ਕਈ ਸਮਾਂ ਮੈਨੂੰ ਮਹਿਸੂਸ ਕੀਤਾ ਮੈਂ ਜਦੋਂ ਯਾਦ ਕਰਦੇ ਹਾਂ ਉਸ ਚੀਜ਼ ਨੂੰ, ਅਤੇ ਉਹ 3-3 ਘੰਟੇ ਲਗਭਗ ਨਿਕਲ ਜਾਂਦੇ ਸੀ ਉਹ ਦੁਨੀਆ ਦੇ ਵਿੱਚ ਜੀ। ਅਤੇ ਉਸ ਤੋਂ ਬਾਅਦ ਫਿਰ ਚਲੋ ਦੂਜੀ ਲਹਿਰ ਆਈ ਅਤੇ ਉਹਨੇ ਹੋਰ ਪਾਸੇ ਨੂੰ ਭਜਾ ਲਿਆ ਹੈ ਨਾ, ਅਤੇ ਇੱਦਾਂ ਹੀ ਜੀਵਨ ਚੱਲਦਾ ਰਿਹਾ ਅਤੇ ਫਿਰ ਉਸ ਤੋਂ ਬਾਅਦ
ਪੇਰੈਂਟਸ ਕਹਿੰਦੇ ਕੁਝ ਪੜ੍ਹਨਾ ਹੈਗਾ ਤੇ ਫਿਰ ਸਵਾਲ ਹੁੰਦਾ ਸੀ ਵੀ ਪੜ੍ਹਨਾ ਕਾਹਦੇ ਲਈ। ਮਤਲਬ ਮਨ ਦੇ ਵਿੱਚ ਇੱਦਾਂ ਹਾਂ ਨਹੀਂ ਮਤਲਬ ਅੰਦਰੋਂ ਫੀਲਿੰਗ ਆਉਂਦੀ ਸੀ ਵੀ ਕੀ ਪਹਿਲਾਂ ਮਤਲਬ ਮਹਿਸੂਸ ਹੋਇਆ ਪਲੱਸ ਕਿਉਂਕਿ ਬਹੁਤਾ ਇੰਟਰਸਟ ਤਾਂ ਖੇਤੀਬਾੜੀ ਵਾਲਿਆਂ ਦਾ ਕਿੰਨਾ ਕੁ ਸਾਡੇ ਤਾਂ ਇਹ ਮਤਲਬ ਹੈ ਸੀ ਪਰਿਵਾਰ ਦੇ ਵਿੱਚ ਇੱਦਾਂ ਹੀ ਕਿ ਬਸ ਆ ਖੇਤੀ ਕਰਨੀ ਹੈ ਤੁਸੀਂ ਹੋਰ ਕੀ ਕਰਨਾ ਹੈ ਨਾ। ਅਤੇ ਚਲੋ ਸਾਡਾ ਵੀ ਆਪਣਾ ਇੰਟਰਸਟ ਇੱਦਾਂ ਦਾ ਹੀ ਸੀ ਨਹੀਂ ਕੁਛ ਤਾਂ ਕਰ ਲਓ ਕੁਛ ਕਰ ਲਓ ਮਤਲਬ ਉਹਦੇ ਲਈ ਫਿਰ ਜਦੋਂ ਮਦਰ ਵੱਲੋਂ ਥੋੜ੍ਹਾ ਜਿਹਾ ਇਹ ਚੀਜ਼ 'ਤੇ ਫੋਰਸ ਕੀਤਾ ਗਿਆ ਅਤੇ ਉਹਦੇ ਵਿੱਚ ਫਿਰ ਚਲੋ ਮੈਂ ਫਾਰਮੇਸੀ 'ਚ ਐਡਮਿਸ਼ਨ ਲੈ ਲਈ ਹੈ ਨਾ 2 ਵਿੱਚ ਹੀ। ਅੱਛਾ ਮਤਲਬ ਖੇਤੀ ਕਰਦੇ ਕਰਦੇ ਮੈਡੀਕਲ ਸਟੂਡੈਂਟ ਬਣ ਗਏ। ਮੈਡੀਕਲ ਦਾ ਬਸ ਕਹਿ ਲੈਂਦਾ ਮੈਨੂੰ ਉਹ ਡਾਕਟਰ ਕਹਿੰਦੇ ਸੀ ਮੈਂ ਕਿਹਾ ਮੇਰੇ ਤੋਂ ਕਿੱਥੋਂ ਪੜ੍ਹਿਆ ਜਾਣਾ ਵੀ ਮੈਂ ਜਦੋਂ ਪੜ੍ਹਨ ਲੱਗਦਾ ਮੈਂ ਮਹਿਸੂਸ ਕਰਦਾ ਮੈਂ ਕਿਹਾ ਮੇਰੇ ਕਿਸ ਕੰਮ ਦਾ ਵੀ ਥੋੜ੍ਹੀ ਦੇਰ ਨੂੰ ਮੈਂ ਦੁਨੀਆ ਤੋਂ ਚਲੇ ਜਾਣਾ ਵੀ ਸਾਰਾ ਦੇਖਦਾ ਵੀ ਰਾਜੇ ਅਮੀਰ ਗਰੀਬ ਫਕੀਰ ਸਾਰੇ ਤੁਰੀ ਜਾਂਦੇ ਦੁਨੀਆ ਤੋਂ ਜਿਹਨੂੰ ਵੀ ਦੇਖਦਾ ਸਾਇੰਟਿਸਟ ਕੋਈ ਵੀ ਦੇਖਦੇ ਆ ਵੀ ਕੋਈ ਆਪਣੇ ਕਿਸੇ ਦੇ ਵੱਸ ਵਿੱਚ ਹੈ ਹੀ ਨਹੀਂ। ਫਿਰ ਪੜ੍ਹੇ ਚਲੋ ਸਿਕੰਦਰ ਨੂੰ ਪੜ੍ਹਿਆ ਹੋਰ ਨੂੰ ਪੜ੍ਹਿਆ ਇੰਨੇ ਦੇਸ਼ਾਂ 'ਤੇ ਰਾਜ ਕਰਨ ਵਾਲੇ ਲੋਕ ਆਪਣੀ ਮਰਜ਼ੀ ਨਾਲ ਕੁਛ ਪਲ ਵੀ ਨਹੀਂ ਜੀ ਸਕੇ ਨਹੀਂ ਜੀ ਸਕੇ। ਉਹ ਆਰਡਰ ਕਿਸ ਦਾ ਚੱਲਦਾ ਉਹ ਲਾਈਕ ਉਹ ਸਾਰਿਆਂ ਦੇ ਉੱਤੇ ਇੱਕ ਦਾ ਹੀ ਆਰਡਰ ਚੱਲਦਾ ਅਤੇ ਫਿਰ ਉਹ ਸਾਰੇ ਇੱਕ ਤੋਂ ਅੱਛਾ ਕੋਈ ਸੁਪਰੀਮ ਪਾਵਰ ਵੱਲ ਨਾ ਉਹ ਧਿਆਨ ਦਵਾ ਜਾਂਦੀ ਸੀ। ਉਹ ਸਿਚੁਏਸ਼ਨ ਜਿਹੜੀ ਸੀ ਜਾਂ ਉਹ ਜਿਸ ਵੇਲੇ ਵੀ ਆਪਾਂ ਉਸ ਇਨਵਾਇਰਮੈਂਟ ਦੇ ਵਿੱਚ ਉਹ ਬਣ ਜਾਂਦਾ ਸੀ ਹੈ ਨਾ ਅਤੇ ਉਹ ਥੋੜ੍ਹਾ ਜਿਹਾ ਡੀਪ ਚਲਾ ਗਿਆ ਸਟਰੋਂਗ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਛੋਟੇ ਹੁੰਦਿਆਂ ਤੋਂ ਹੀ ਤੁਹਾਨੂੰ ਕੁਦਰਤ ਕੋਈ ਇੱਦਾਂ ਦੀ ਇੰਡਕਸ਼ਨ ਕੋਈ ਇੱਦਾਂ ਦਾ ਸਿਗਨਲ ਦੇ ਰਹੀ ਸੀ ਕਿ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਥੋੜ੍ਹਾ ਯੂ ਟਰਨ ਵੱਜਣ ਵਾਲਾ ਸੀ। ਇਹ ਚੀਜ਼ ਮਤਲਬ ਉਸ ਵੇਲੇ ਤਾਂ ਨਹੀਂ ਸੀ ਫੀਲ ਹੁੰਦੀ ਕਿਉਂਕਿ ਉਸ ਵੇਲੇ ਸਿਰਫ ਇਹ ਫੀਲ ਹੁੰਦਾ ਸੀ ਵੀ ਸੰਸਾਰ ਇਹ ਕਿੱਥੋਂ ਆਇਆ ਇਹ ਕਿੰਨੇ ਲਾਈਕ ਅੱਛਾ ਇਹ ਖਤਮ ਹੋ ਜਾਣਾ ਮੈਂ ਵੀ ਖਤਮ ਹੋ ਜਾਣਾ ਅਤੇ ਫਿਰ ਉਸ ਤੋਂ ਬਾਅਦ ਬਚਦਾ ਕੁਛ ਕਿ ਨਹੀਂ ਬਚਦਾ ਕਿ ਸਾਰਾ ਕੁਛ ਮਿੱਟੀ 'ਚ ਮਿਲ ਜਾਂਦਾ। ਕਹਿੰਦੇ ਜੀ ਜੇ ਦੇਹ ਨੂੰ ਛੱਡ ਕੇ ਚਲਾ ਜਾਂਦਾ ਫਿਰ ਸੋਚਦੇ ਸੀ ਮੈਂ ਕਿਹਾ ਉੱਥੇ ਠੰਡ ਵੀ ਲੱਗੂਗੀ ਗਰਮੀ ਵੀ ਬੱਚੇ ਜਿਵੇਂ ਸੋਚਦੇ ਹੁੰਦੇ ਕਿ ਉੱਥੇ ਗਰਮੀ ਵੀ ਲੱਗੂਗੀ ਮੇਰੇ ਨਾਲ ਯਾਦਾਂ ਜਾਣਗੀਆਂ ਅੱਛਾ ਦੁਬਾਰਾ ਫਿਰ ਆਊਂਗਾ ਮੈਂ ਥੱਲੇ ਅਤੇ ਫਿਰ ਮੈਨੂੰ ਯਾਦ ਹੋਊਗਾ ਵੀ ਮੈਂ ਕਿੱਥੇ ਸੀ ਪਹਿਲਾਂ ਭਲੇ ਉਹੋ ਜਿਹੀਆਂ ਗੱਲਾਂ ਆਉਂਦੀਆਂ ਬੜੇ ਲੰਮੀਆਂ ਚਲੀਆਂ ਜਾਂਦੀਆਂ ਸੀ ਜਿਸ ਦੇ ਵਿੱਚ ਭਾਵੇਂ ਜਿਹੜੀ ਇੱਕ ਸਵਾਲ ਖਤਮ ਤਾਂ ਨਹੀਂ ਸੀ ਹੁੰਦਾ ਪਰ ਸੱਚ ਬਹੁਤ ਪੱਖਾਂ ਤੋਂ ਸੱਚ ਨੂੰ ਰਿਅਲਾਈਜ਼ ਕਰਾ ਜਾਂਦਾ ਸੀ ਵੀ ਜਿਹੜਾ ਸਾਡਾ ਆਪਣਾ ਇੱਕ ਸਾਈਕੋਲੋਜੀਕਲ ਵਰਲਡ ਹੈਗਾ ਸੀ ਉਹਦੀ ਬਹੁਤ ਤੋੜ ਭੰਨ ਕਰ ਜਾਂਦਾ ਸੀ। ਇੱਕ ਰੀਅਲ ਵਰਲਡ ਜਿਹੜਾ ਸੀ ਨਾ ਉਹਦਾ ਪ੍ਰਭਾਵ ਛੱਡਦਾ ਸੀ ਹੈ ਨਾ ਅਤੇ ਇਸ ਤਰ੍ਹਾਂ ਹੀ ਜੀਵਨ ਚੱਲਦਾ ਫਿਰ +1 'ਚ ਮਹਿਸੂਸ ਹੋਇਆ ਵੀ ਨਹੀਂ ਯਾਰ ਜਿਵੇਂ ਕਹਿੰਦੇ ਨੇ ਵੀ ਗੱਡੀ ਨੂੰ ਤਾਂ ਚਲਾਵਾਂਗੇ ਬਾਅਦ 'ਚ ਪਹਿਲਾਂ ਸਮਝੀਏ ਗੱਡੀ ਨੂੰ ਹੈ ਨਾ ਵੀ ਇਹਦੇ ਗੱਡੀ ਜੈਕ 'ਤੇ ਲੱਗੀ ਹੋਈ ਆ ਟਾਇਰਾਂ 'ਚ ਤਾਂ ਹਵਾ ਨਹੀਂ ਗੱਡੀ ਚਲਾਈਏ ਕਿੱਦਾਂ ਵੀ ਕਮ ਸੇ ਕਮ ਪਹਿਲਾਂ ਫਿੱਟ ਤਾਂ ਹੋਵੇ ਨਾ ਵੀ ਸਾਨੂੰ ਸਮਝਦਾ ਹੋਵੇ ਵੀ ਕਰਨਾ ਕੀ ਹੈ ਲਾਈਫ। ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਮਹਿਸੂਸ ਹੋਇਆ ਵੀ ਇਕਾਂਤ ਜ਼ਰੂਰੀ ਹੈ ਨਾ ਘਰ ਦੇ ਵਿੱਚ ਉਹ ਮਾਹੌਲ ਨਹੀਂ ਸੀ ਇਜਾਜ਼ਤ ਦਿੰਦਾ ਹੁੰਦਾ ਕਿਉਂਕਿ ਥੋੜ੍ਹੀ ਦੇਰ ਬਾਅਦ ਫਿਰ ਡੋਰ ਖੜਕਣ ਲੱਗ ਜਾਂਦਾ ਸੀ ਹੈ ਨਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਪਰਿਵਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਮ ਹੀ ਸਾਡਾ ਆਪਣੇ ਬੇਸ਼ੱਕ ਘਰ ਦੇ ਬਹੁਤ ਜ਼ਿਆਦਾ ਜਿਹੜੇ ਮਹਾਤਮਾਵਾਂ ਤੋਂ ਪ੍ਰਭਾਵਿਤ ਹੁੰਦੇ ਪਰ ਕੋਈ ਵੀ ਨਹੀਂ ਚਾਹੁੰਦੇ ਵੀ ਸਾਡੇ ਘਰੇ ਕੋਈ ਐਵੇਂ ਦਾ ਸਮਾਜ ਸੇਵੀ ਸ਼ਖਸ ਜਿਹੜਾ ਮੈਨੂੰ ਲੱਗਦਾ ਵੀ ਜਿੰਨਾ ਕਮਰਸ਼ੀਅਲ ਜਿਹੜਾ ਯੋਗਾ ਜਿਹੜਾ ਹੈ ਨਾ ਜਿਹੜੀ ਇੱਕ ਭਾਈ ਦੌੜ ਲੱਗੀ ਹੋਈ ਆ ਵੀ ਸਾਡਾ ਪੁੱਤ ਇੰਜੀਨੀਅਰ ਬਣ ਜੇ ਡਾਕਟਰ ਬਣ ਜੇ ਸਾਡਾ ਪੁੱਤ ਇੰਨੇ ਪੈਸੇ ਕਮਾਵੇ ਉਹਨੂੰ ਇੰਨੇ ਦਾ ਪੈਕੇਜ ਮਿਲੇ ਅਤੇ ਮੈਨੂੰ ਨਹੀਂ ਉਮੀਦ ਵੀ ਕੋਈ ਚਾਹੁੰਦੇ ਆ ਕਿ ਸਾਡੇ ਘਰੇ ਕੋਈ ਇੱਦਾਂ ਦਾ ਸ਼ਖਸ ਪੈਦਾ ਹੋਵੇ ਜਿਹੜਾ ਮਾਨਵਤਾ ਦੇ ਲਈ ਵੀ ਫ੍ਰੀ ਆਫ ਕਾਸਟ ਕੰਮ ਕਰੇ ਅਤੇ ਆਪਣੀ ਖੁਦ ਦੀ ਪਰਸਨਲ ਲਾਈਫ ਆ ਜਿਹੜੇ ਆਪਦਾ ਉਹਦਾ ਤਿਆਗ ਕਰਕੇ ਅਤੇ ਇੱਧਰ ਹੀ ਸਾਰਾ ਸਮਰਪਿਤ ਹੋ ਜਾਵੇ। ਇਹ ਚੀਜ਼ ਦੀ ਫੀਲਿੰਗ ਜਿਹੜੀ ਹੈ ਮੈਂ ਵੀ ਕੀਤੀ ਹੈ ਬਹੁਤ ਸਾਰੇ ਕਰਦੇ ਹੀ ਹੈ ਕਿ ਚਾਹੁੰਦੇ ਆ ਕਿ ਗੁਰਦੁਆਰੇ ਜਾਵੇ ਪਰ ਜੇ ਕਿ ਇਹ ਗੁਰੂ ਦੀ ਗੱਲ ਨੂੰ ਮੰਨ ਲਈਏ ਫਿਰ ਉੱਥੇ ਸਵਾਲ ਬੜੇ ਅਲੱਗ-ਅਲੱਗ ਤਰ੍ਹਾਂ ਦੇ ਖੜੇ ਹੁੰਦੇ ਆ ਕਿ ਹੋਰ ਵੀ ਤਾਂ ਜਾਂਦੇ ਹੀ ਹੈ ਜਿੱਦਾਂ ਹੋਰ ਕਰਦੇ ਹੋ ਤੁਸੀਂ ਕਰੀ ਜਾਓ ਪਾਠ ਕਰਦੇ ਹੋ ਤੁਸੀਂ ਕਰੀ ਜਾਓ ਅਤੇ ਪਾਠ 'ਤੇ ਮਤਲਬ ਉਹ 'ਤੇ ਸਮਝਾਉਂਦੇ ਹੀ ਬੜਾ ਵੱਖਰਾ ਇੱਕ ਤੋਂ ਸ਼ੁਰੂ ਹੁੰਦਾ ਕਹਿੰਦੇ ਇੱਕ ਓਂਕਾਰ ਹੁਣ ਓਂਕਾਰ ਏਕੋ ਰਬ ਰਿਹਾ ਸਭ ਇੱਕ ਸਮਾਹੇ ਸਮਾਵੈ ਗੋ ਉਹ ਕਹਿੰਦੇ ਓਂਕਾਰ ਏਕੰਕਾਰ ਤੋਂ ਓਂਕਾਰ ਬਣਿਆ ਅਤੇ ਓਂਕਾਰ ਜਿਹੜਾ ਹੈਗਾ ਵੀ ਇਹਦੇ ਪਿੱਛੇ ਜਦੋਂ ਇੱਕ ਖੜਾ ਹੈ ਅਤੇ ਏਕ ਪਿਤਾ ਏਕ ਇਸਕੇ ਹਮ ਬਾਰੀ ਕੋ ਬਾਰ-ਬਾਰ ਸਮਝਾ ਰਹੇ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨੇ ਤੇਰੇ ਕੁਟੁੰਬਾ ਫਿਰ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਵੀ ਉਹਨਾਂ ਨੇ ਕੀ ਵਾਕਈ ਹੀ ਇਸ ਤਰ੍ਹਾਂ ਇੱਕੋ ਪਿਤਾ ਦੀ ਔਲਾਦ ਸਮਝ ਕੇ ਸੰਸਾਰ ਨੂੰ ਡੀਲ ਕੀਤਾ ਫਿਰ ਜਦੋਂ ਉਹਨਾਂ ਦਾ ਜੀਵਨ ਦੇਖਦੇ ਆ ਉਹਨਾਂ ਨੇ ਬਿਲਕੁਲ ਹੀ ਇੱਦਾਂ ਹੀ ਕੀਤਾ ਮਤਲਬ ਉਹ ਸਾਰਾ ਕੁਛ ਕੀਤਾ। ਫਿਰ ਮੈਂ ਸੋਚਿਆ ਮੈਂ ਕਿਹਾ ਸਾਰੇ ਜਿਹੜੇ ਇੰਨਾ ਰੌਲਾ ਪਾਉਂਦੇ ਆ ਵੀ ਇਹ ਤਾਂ ਰੌਲਾ ਹੀ ਪਾਉਣ ਵਾਲਾ ਹੀ ਹੈ ਮੈਂ ਕਿਹਾ ਫੋਕਟ ਕਰਮ ਕਿਹਨੂੰ ਕਹੋਗੇ ਫੋਕਟ ਕਰਮ ਕਰਾਂਗੇ ਯਾਨੀ ਮਨਮੁਖ ਅੰਧ ਕਹਾਵਤ ਵੀ ਇਹ ਤਾਂ ਫਿਰ ਮਨ ਪਿੱਛੇ ਲਾ ਕੇ ਕੰਮ ਕਰੀ ਜਾਂਦੇ ਆ ਅਤੇ ਗੁਰੂ ਪਿੱਛੇ ਲਾ ਕੇ ਕੰਮ ਨਹੀਂ ਕਰਦੇ ਗੁਰੂ ਪਿੱਛੇ ਲਾ ਕੇ ਕੰਮ ਕਰੀਏ ਸਭ ਤੋਂ ਪਹਿਲਾਂ ਮਨ ਅਤੇ ਮਨ ਦੋਨਾਂ ਦੀ ਆਪਸ ਵਿੱਚ ਬੜੀ ਜੰਗ ਹੁੰਦੀ ਹੈ ਵੀ ਇਹਦੇ ਨਾਲ ਤਾਂ ਫਿਰ ਕੀ ਹੋਏਗਾ ਇਹਦੇ ਨਾਲ ਤਾਂ ਫਿਰ ਤੂੰ ਆਹ ਹੋ ਜਾਏਗਾ ਉੱਜੜ ਜਾਏਗਾ ਫਿਰ ਮਨ ਕਹਿੰਦਾ ਨਹੀਂ ਉੱਜੜੇਗਾ ਵੀ ਤਾਂ ਹੀ ਤਾਂ ਵਸੇਗਾ ਫਿਰ ਤੂੰ ਕਿਤੇ ਜਾ ਕੇ ਉਸ ਦੁਨੀਆ ਵਿੱਚ ਗੁਰੂ ਦੀ ਦੁਨੀਆ 'ਚ ਵਸੇਗਾ ਨਾ ਜੇ ਮੋਹ ਮਾਇਆ ਦੇ ਦੁਨੀਆ 'ਚ ਉੱਜੜੇਗਾ ਹੈ ਨਾ ਅਤੇ ਮਨ ਫਿਰ ਮਨ ਅਤੇ ਮਨ ਦਾ ਸੰਘਰਸ਼ ਚੱਲਦਾ ਫਿਰ ਜਦੋਂ ਮਨ ਜਿੱਤਦਾ ਹੈ ਗੁਰਮਤਿ ਅਨੁਸਾਰ ਹੈ ਨਾ ਮਨ ਕੀ ਮੱਤ ਤਿਆਗ ਹੁੰਦੀ ਹੈ ਅਤੇ ਗੁਰੂ ਦੀ ਮੱਤ ਲੈ ਹੁੰਦੀ ਹੈ ਅਤੇ ਜਿੰਨੀ ਕੁ ਲੈ ਹੁੰਦੀ ਹੈ
ਉਹਦੇ ਮੁਤਾਬਿਕ ਜਦੋਂ ਚੱਲਦੇ ਹਾਂ ਤਾਂ ਫਿਰ ਜਿੱਥੋਂ ਵੀ ਚੱਲੋਗੇ ਉੱਥੋਂ ਹੀ ਵਿਰੋਧ ਸ਼ੁਰੂ ਹੋ ਜਾਂਦਾ। ਸਰ ਜਿਵੇਂ ਹੋਰ ਵੀ ਬਹੁਤ ਸਾਰੇ ਤਰੀਕੇ ਸੀ, ਜਿਵੇਂ ਤੁਸੀਂ ਉਦੋਂ ਮਹਿਸੂਸ ਕਰ ਰਹੇ ਸੀ, ਇੰਡੀਕੇਸ਼ਨ ਤੁਹਾਨੂੰ ਮਿਲ ਰਹੇ ਸੀ ਤੇ ਤੁਸੀਂ ਪੜ੍ਹ ਕੇ ਵਧੀਆ ਜੋਬ ਕਰਦੇ ਜੀ, ਵਧੀਆ ਹੈ ਨਾ, ਜਿੱਦਾਂ ਤੁਸੀਂ ਮੈਡੀਕਲ ਦੇ ਸਟੂਡੈਂਟ ਸੀ ਤੇ ਜਿਹੜੇ ਸਮੇਂ 'ਚ ਮੈਨੂੰ ਲੱਗਦਾ ਕਿ ਤੁਸੀਂ ਮੈਡੀਕਲ ਰੱਖਿਆ ਸੀ, ਉਦੋਂ ਉਸ ਚੀਜ਼ ਦੀ ਬਹੁਤ ਜ਼ਿਆਦਾ ਵੱਡੀ ਵੈਲਿਊ ਸੀ, ਹੁਣ ਵੀ ਹੈਗੀ ਆ ਪਰ ਉਦੋਂ ਮਤਲਬ 10 ਗੁਣਾ ਜ਼ਿਆਦਾ ਮੈਂ ਕਹਿ ਸਕਦਾ ਸੀ। ਤੇ ਤੁਸੀਂ ਇਹ ਕਿਹੜਾ ਮਤਲਬ ਤੁਹਾਨੂੰ ਐ ਨਹੀਂ ਲੱਗਾ ਘਰਦਿਆਂ ਨੇ ਕਿਹਾ ਵੀ ਪੁੱਤ ਇਹ ਕਿਹੜਾ ਕੰਮ ਸ਼ੁਰੂ ਕਰਨ ਜਾ ਰਿਹਾ, ਮਤਲਬ ਘਰਦਿਆਂ ਵੱਲੋਂ ਕਿੰਨਾ ਕੁ ਸਪੋਰਟ ਸੀ, ਜਾਂ ਇਹ ਡਿਸੀਜਨ ਜਿਹੜਾ ਇਹਦੇ ਬੰਦੇ ਪਿੱਛੇ ਕੋਈ ਖਾਸ ਘਟਨਾ ਸੀ ਜਿਨ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਵੀ ਸੋਚਿਆ ਕਿ ਇੱਦਾਂ ਦਾ ਟਰਸਟ ਜਿਹੜਾ ਉਹ ਬਣਾਇਆ ਜਾਵੇ? ਹੋਰ ਵੀ ਬਹੁਤ ਸਾਰੇ ਤਰੀਕੇ ਆ ਆਪਣਾ ਸੇਵਾ ਕਰਨ ਦੇ, ਕਿ ਉਹਨਾਂ ਨੂੰ ਚੁਣਨ ਦੀ ਬਜਾਏ ਇਹ ਖਾਸ ਕਿਉਂ ਚੁਣਿਆ ਜੀ? ਕੀ ਕਾਰਨ? ਨਹੀਂ, ਇਹ ਤਾਂ ਨਹੀਂ ਚੁਣਿਆ ਹੈਗਾ, ਸਾਰੇ ਚੁਣੇ ਹੋਏ ਹੈ। ਠੀਕ ਹੈ, ਕਿਹੜਾ ਹੈ ਜਿਹੜਾ ਨਹੀਂ ਚੁਣਿਆ? ਹਾਂਜੀ। ਤੇ ਮਸਲਾ ਤਾਂ ਸਿਰਫ ਇੰਨਾ ਕੀ ਹੈ ਕਿ ਜਿਹਨੂੰ ਵੀ ਪੜ੍ਹੋਗੇ ਤੁਸੀਂ ਹੈ ਨਾ, ਤੇ ਉਹ ਸਭ ਦਾ ਆਹੀ ਆਪਾਂ ਨੂੰ ਦੇਖਣ ਨੂੰ, ਭਾਵੇਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਭਾਵੇਂ ਕਿਸੇ ਇੱਕ ਪੱਖ ਤੋਂ ਦੇਖ ਲਿਆ ਹੈ ਨਾ, ਕਿ ਉਹ ਬਹੁਤ ਮਹਾਨ ਜਰਨੈਲ, ਉਹਨਾਂ ਦੀ ਰੂਹਾਨੀਅਤ ਵਾਲਾ ਲੈਵਲ ਦੇਖਿਓ। ਜਦੋਂ ਬਾਣੀ ਉਹ ਰਚੀ ਉਹਨਾਂ ਨੇ, ਕਿੰਨਾ ਮਤਲਬ ਜਾਪ ਸਾਹਿਬ ਦੇ ਵਿੱਚ ਕਿਵੇਂ ਉਸ ਪਰਮ ਸੱਚ ਨੂੰ ਲਾਈਕ ਕਿੱਦਾਂ ਦਰਸਾਇਆ। ਤੇ ਉਹ ਮੇਰਾ ਕਹਿਣ ਤੋਂ ਭਾਵ ਕੋਈ ਚੀਜ਼ ਇੱਕ ਦਿਖ ਰਹੀ ਹੁੰਦੀ ਹੈ, ਪਰ ਉਹਦੇ ਪਿੱਛੇ ਲਾਈਕ ਉਹਨਾਂ ਦੀ ਜਿਹੜਾ ਫੀਲਿੰਗ ਕਰ ਲਓ, ਜਾਂ ਜਿਹੜਾ ਧਰਮ ਉਪਜਿਆ ਹੁੰਦਾ, ਜਿਹੜੀ ਚੀਜ਼ ਉਹਨਾਂ ਨੂੰ ਰਿਅਲਾਈਜ਼ ਹੋਈ ਹੁੰਦੀ ਹੈ, ਉਹ ਤਾਂ ਮਤਲਬ ਇੱਕ ਉਹੀ ਚੀਜ਼ ਹੁੰਦੀ ਹੈ ਵੀ ਸਮਾਜ ਜਿਹੜਾ ਹੈਗਾ ਸਾਡਾ, ਉਹਨੂੰ ਇੱਕ ਪਰਿਵਾਰ ਦੀ ਫੀਲਿੰਗ ਜਿੰਨੀ ਸਟਰੋਂਗ ਹੁੰਦੀ ਚਲੀ ਜਾਂਦੀ ਹੈ, ਉਨੀ ਹਰ ਪੱਖ ਜੇ ਕੋਈ ਮਤਲਬ ਪਾਣੀ ਨੂੰ ਤਰਸ ਰਿਹਾ, ਉਹਦੇ ਲਈ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਹੈ, ਤੇ ਉੱਥੇ ਉਹਦੇ ਲਈ ਉਸ ਤਰ੍ਹਾਂ ਦਾ ਇੰਤਜ਼ਾਮ ਕਰਨਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਕਲਿਆਣ ਦੇ ਲਈ ਇਲਾਹੀ ਬਾਣੀ ਇਕੱਤਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ 'ਚ ਦਿੱਤੀ ਹੈ। ਉਹਨਾਂ ਦੇ ਸਮੇਂ ਬਹੁਤ ਅਲੱਗ-ਅਲੱਗ ਹਾਲਾਤ ਸੀ, ਤੇ ਉਹਨਾਂ ਨੇ ਜਿਸ ਵੇਲੇ ਵੱਡੀ ਪ੍ਰੋਬਲਮ ਲੈਪਰੋਸੀ ਦੀ ਸੀ, ਉਸ ਵੇਲੇ ਕੋਹੜ ਦੀ ਪ੍ਰੋਬਲਮ ਸੀ, ਤੇ ਗੁਰੂ ਸਾਹਿਬ ਨੇ ਦੇਖਿਆ ਵੀ ਇਹਨਾਂ ਨੂੰ ਸੰਭਾਲ ਇਲਾਜ ਦਾ ਅਰੇਂਜਮੈਂਟ ਨਹੀਂ ਹੋ ਰਿਹਾ। ਗੁਰੂ ਨਾਨਕ ਦੇਵ ਜੀ ਗੱਲ ਨਾਲ ਲਾਇਆ, ਜੇ ਬਾਬਰ ਨੂੰ ਸਮਝਾਇਆ ਉਹਦਾ ਧਰਮ ਵੀ ਰਾਜੇ ਦਾ ਧਰਮ ਕੀ ਹੁੰਦਾ ਹੈ, ਤੇ ਉਹ ਬਾਬਰ ਦੀਆਂ ਜੇਲ੍ਹਾਂ 'ਚ ਵੀ ਸੱਚ ਗਾਇਆ, ਤੇ ਉਹਨਾਂ ਨੇ ਪਰਮ ਸੱਚ ਦਾ ਰਸਤਾ ਦਿਖਾਇਆ, ਤੇ ਨਾਲ ਕੋਹੜੀ ਮਿਲਿਆ ਉਹਨੂੰ ਵੀ ਗੱਲ ਨਾਲ ਲਾਇਆ। ਤੇ ਇਸੇ ਤਰੀਕੇ ਨਾਲ ਸਾਰੇ ਗੁਰੂਆਂ ਨੇ, ਗੁਰੂ ਰਾਮਦਾਸ ਜੀ ਤੱਕ ਕੋਲ ਰੱਖ ਕੇ ਇਲਾਜ ਕੀਤਾ। ਗੁਰੂ ਅਰਜਨ ਦੇਵ ਜੀ ਦੇ ਵੇਲੇ ਜਦੋਂ ਸਮੱਸਿਆ ਜ਼ਿਆਦਾ ਦੇਖੀ ਉਹਨਾਂ ਨੇ ਵੱਡੀ ਹੋਈ ਤਾਂ ਫਿਰ ਉਹਨਾਂ ਨੇ ਸ਼ੈਲਟਰ ਹੋਮ ਬਣਾਏ ਤਰਨ ਸਾਹਿਬ ਦੇ ਵਿੱਚ, ਤੇ ਉੱਥੇ ਉਹਨਾਂ ਦੀ ਸੰਭਾਲ ਇਲਾਜ ਦਾ ਅਰੇਂਜਮੈਂਟ ਕੀਤਾ। ਫਿਰ ਗੁਰੂ ਸਾਹਿਬ ਨੂੰ ਜਦੋਂ ਦੇਖਿਆ ਵੀ ਅੱਛਾ ਇਹ ਪਾਣੀ ਦੀ ਸਮੱਸਿਆ ਕਰਕੇ, ਤੇ ਲਾਹੌਰ ਦੇ ਵਿੱਚ ਜਦੋਂ ਕਾਲ ਪਿਆ ਸੀ, ਉੱਥੇ ਲਾਹੌਰ ਦੇ ਬਾਜ਼ਾਰ, ਲਾਹੌਰ ਦੀਆਂ ਗਲੀਆਂ ਜਿਹੜੀਆਂ ਸੀ ਬਿਮਾਰਾਂ ਦੇ ਨਾਲ, ਮੁਰਦਿਆਂ ਨਾਲ ਭਰਨ ਲੱਗ ਗਈਆਂ। ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖ ਸੰਗਤਾਂ ਨਾਲ ਜਾ ਕੇ ਉੱਥੇ 9 ਮਹੀਨੇ ਲੱਗ ਗਏ, ਤੇ ਉੱਥੇ ਸਾਰਾ ਮਤਲਬ ਕਹਿ ਲਓ ਅਰੇਂਜਮੈਂਟ ਉਹਨਾਂ ਦੀ ਸੰਭਾਲ ਦਾ, ਇਲਾਜ ਦਾ, ਤੇ ਬੜੇ ਫਿਰ ਉਹ ਯਤੀਮਾਂ ਲਈ ਘਰ ਬਣਾਏ ਉੱਥੇ। ਤੇ ਜਦੋਂ ਵੀ ਲੋੜ ਪੈਂਦੀ ਸੀ ਹਰਿਮੰਦਰ ਸਾਹਿਬ ਦੀ ਗੋਲਕ ਵੀ ਲਾਈ ਜਾ ਕੇ ਉੱਥੇ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਿਹੜੀ ਹੈ ਨਾ। ਤੇ ਹਾਂਜੀ, ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਦੇ ਆ, ਕਹਿੰਦੇ ਨੀਚਾ ਅੰਦਰ ਨੀਚਾ ਤੇ ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਹਿ ਰਹੀ, ਨਾਨਕ ਕਿਨ ਕੈ ਸੰਗ ਸਾਥ ਹੈ। ਹੁਣ ਦੇਖ ਲਓ ਹੈ ਨਾ, ਜਿੱਥੇ ਨੀ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ਿਸ਼। ਹੁਣ ਗੁਰੂ ਨਾਨਕ ਦੇਵ ਨੂੰ ਲੱਭਣਾ ਹੋਵੇ ਕਿੱਥੇ ਮਿਲੂਗੇ? ਕਹਿੰਦੇ ਜਿਹਨਾਂ ਨੂੰ ਤੁਸੀਂ ਬੰਦੇ ਵੀ ਨਹੀਂ ਸਮਝਦੇ, ਨਾਨਕ ਤਿਨ ਕੈ ਸੰਗ ਸਾਥ ਹੈ। ਐਡਰੈਸ ਤਾਂ ਆਪਣਾ ਦੱਸਤਾ, ਹੁਣ ਅਸੀਂ ਲੱਭਣਾ ਕਿੱਥੇ ਹੈ, ਉਹ ਗੱਲ ਵੱਖਰੀ ਹੈ। ਇਸ ਕਰਕੇ ਮਤਲਬ ਜਿਹੜੇ ਵੀ ਮਹਾਨ ਪੁਰਸ਼ ਮੌਕੇ 'ਤੇ ਜੋ ਵੀ ਉਹ ਸਮਝਾਉਂਦੇ ਰਹੇ, ਉੱਥੋਂ ਸਾਨੂੰ ਗੁਰਬਾਣੀ 'ਚੋਂ ਮਤਲਬ ਗੁਰਬਾਣੀ ਵਿਚਾਰਨ ਦੀ ਸਾਨੂੰ ਬੜੀ ਕਹਿ ਲਓ ਉਹ ਸੌਖੀ ਹੁੰਦੀ ਹੈ ਨਾ, ਵੀ ਉਹਨਾਂ ਨੇ ਜੋ ਕੁਛ ਵੀ ਕਿਹਾ ਉਹ ਅਧਿਆਤਮ ਕਰਮ ਕਰਦੇ ਰਹੇ, ਤੇ ਅਸੀਂ ਫੋਕਟ ਕਰਮ ਕਰੀ ਜਾਂਦੇ ਹਾਂ। ਤੇ ਇਸ ਦੇ ਵਿੱਚ ਕੁਦਰਤੀ ਗੱਲ ਹੈਗੀ ਹੈ ਵੀ ਚਲੋ ਜੇ ਜਿੰਨੀ ਦੇਰ ਤੱਕ ਸਮਝ ਨਹੀਂ ਆਇਆ ਉਨੀ ਦੇਰ ਤੱਕ ਬੰਦਾ ਉਹਨੂੰ ਇਗਨੋਰ ਕਰ ਦਿੰਦਾ, ਪਰ ਜਦੋਂ ਕੁਛ ਚੀਜ਼ ਸਮਝ ਵਿੱਚ ਆਉਂਦੀ ਹੈ, ਕਿਉਂਕਿ ਹੈ ਤੇ ਬੜੀ ਕਲੀਅਰ ਹੈ। ਕਹਿੰਦੇ ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਹੀਂ, ਜਿੰਨੇ ਜੀ ਜਨਤਾ ਸਭ ਖਸਮ ਕੇ ਹੈ, ਤੇ ਉਹ ਖਸਮ ਮੇਰਾ, ਜੀ ਜੰਤ ਸਭ ਖਸਮ ਕੇ। ਤੇ ਜਦੋਂ ਖਸਮ ਮੇਰਾ ਹੈ, ਜੀ ਜੰਤ ਖਸਮ ਕੇ ਹੈ, ਤੇ ਜੀ ਜੰਤ ਵੀ ਤਾਂ ਮੇਰੀ ਹੋਏ, ਕਿਉਂਕਿ ਖਸਮ ਕੇ ਮੇਰੇ ਖਸਮ ਦੇ ਹੈ। ਤੇ ਹੁਣ ਇਹ 'ਚ ਫਿਲੋਸਫੀ ਘੋਟਣ ਦੀ ਹੋਰ ਕੀ ਲੋੜ ਹੈਗੀ ਹੈ? ਜਿਹੜੇ ਕਹੀਏ ਗੁਰਮਤ ਨੂੰ ਹੋਰ ਸਮਝਣ ਲੱਗਿਆ ਬੜੀ ਮੁਸ਼ਕਲ ਹੁੰਦੀ ਹੈ, ਫਲਾਣੀ ਜਗ੍ਹਾ ਪੁੱਛ ਕੇ ਆਵਾਂ। ਬੜਾ ਕਲੀਅਰ ਕੀਤਾ ਨਾ ਵੀ ਇਹ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰ ਮਹਾਰਾਜ ਕਹਿੰਦੇ ਹੁਕਮ ਬੁੱਝਿਆ ਸੋ ਸੇਵਕ ਹੀ ਹੈ, ਵੀ ਬੁੱਝੋ ਹੁਕਮ ਨੂੰ, ਅੱਖਾਂ ਮੀਚ ਕੇ ਨਾ ਗਾਈ ਜਾਓ ਇਸ ਗੱਲ ਨੂੰ, ਹੈ ਨਾ, ਵੀ ਅਕਲੀ ਪੜ੍ਹ ਕੇ ਬੁੱਝੀਏ। ਤੇ ਬਾਰ-ਬਾਰ ਜਦੋਂ ਗੁਰਬਾਣੀ ਇਹ ਕਹਿੰਦੀ ਰਹੀ, ਤੇ ਫਿਰ ਮਤਲਬ ਫੀਲਿੰਗ ਜਿਹੜੀ ਸੀ ਕਿ ਵਾਕਈ ਹੀ ਹਰ ਇੱਕ ਦੀ ਹੋਣ ਦੇ ਪਿੱਛੇ ਉਹ ਇੱਕ ਜਿਵੇਂ ਮਤਲਬ ਉਹਦੀ ਫੀਲਿੰਗ ਸਟਰੋਂਗ ਹੁੰਦੀ ਗਈ, ਤੇ ਫਿਰ ਸਾਹਮਣੇ ਇੰਸੀਡੈਂਟ ਕੋਈ ਵੀ ਡਿਪਰੈਸ਼ਨ 'ਚ ਕੋਈ ਉੱਦਾਂ ਮਿਲਦਾ ਸੀ, ਤੇ ਫਿਰ ਮਨ 'ਚ ਬੜੇ ਸਵਾਲ ਆਉਣ ਲੱਗ ਗਏ, ਹੈ ਨਾ। ਤੇ ਇਹ ਜਿਸ ਵੇਲੇ ਫਾਰਮੇਸੀ ਕੀਤੀ, ਨਾਲ ਦੀ ਨਾਲ ਹੀ ਫਿਰ ਪੇਰੈਂਟਸ ਵੱਲੋਂ ਜਗ੍ਹਾ ਲੈ ਕੇ ਫਤਿਹਗੜ੍ਹ ਸਾਹਿਬ
ਹਸਪੀਟਲ ਦੇ ਸਾਹਮਣੇ ਹੀ ਫਾਰਮੇਸੀ ਉੱਥੇ ਸ਼ੁਰੂ ਕਰਾ ਦਿੱਤੀ ਗਈ ਮਹੀਨੇ ਦੇ ਅੰਦਰ ਅੰਦਰ ਹੀ। ਅੱਛਾ ਜੀ। ਤੇ ਨਾਲ ਵੀ ਵਧੀਆ ਹਨਾ, ਬਿਜ਼ਨਸ ਆਪਣਾ ਖੋਲੋ, ਪੈਸੇ ਕਮਾਓ, ਵਧੀਆ, ਕਿਉਂਕਿ ਬਹੁਤ ਸੇਫ ਮੈਡੀਕਲ ਲਾਈਨ ਬਹੁਤ ਸੇਫ ਮਤਲਬ ਮੰਨਦੇ ਆਪਾਂ ਕਿ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡਾ ਕੰਮ ਨਹੀਂ ਚੱਲਿਆ। ਸੋ ਬਹੁਤ ਸੋਹਣਾ ਕੰਮ ਚੱਲਦਾ ਹਨਾ ਉੱਥੇ, ਮਤਲਬ ਰਨਿੰਗ ਦੇ ਵਿੱਚ ਮਾਪਿਆਂ ਵੱਲੋਂ ਜਿਹੜਾ ਬਣਾ ਕੇ ਦਿੱਤਾ ਗਿਆ, ਮਾਪਿਓ ਵੱਲੋਂ ਬਹੁਤ ਵੱਡਾ ਉਪਰਾਲਾ ਮੈਂ ਤਾਂ ਕਹਿੰਦਾ। ਤੇ ਇਹ ਫਿਰ ਸਰ ਯੂ ਟਰਨ ਕਿੱਦਾਂ, ਮੈਂ ਯੂ ਟਰਨ ਤੱਕ ਪਹੁੰਚਣਾ ਚਾਹੁੰਦਾ। ਹਾਂ ਨਹੀਂ, ਇਹਦੇ ਵਿੱਚ ਕੋਈ ਯੂ ਟਰਨ ਵੀ ਨਹੀਂ। ਤੇ ਸ਼ੁਰੂ ਤੋਂ ਜਿਵੇਂ ਨਾ ਕੋਈ ਚੀਜ਼ ਹੈ ਉਹ ਖੜਕੀ ਜਾਂਦੀ, ਦਰਵਾਜ਼ੇ ਖੜਕੀ ਜਾਂਦੇ ਹੈ, ਉੱਥੇ ਵੀ ਕੰਧ ਲੱਭਣ ਲਈ ਫਿਰ ਨਾਲ ਦੀ ਨਾਲ ਮੈਰਿਜ ਹੋ ਗਈ ਹੈ, ਮਹੀਨੇ ਦੇ ਵਿੱਚ ਮੈਰਿਜ ਹੋ ਗਈ। ਫਿਰ ਤਾਂ ਹੋਰ ਜ਼ਰੂਰੀ ਬਿਜ਼ਨਸ ਕਰਨਾ ਹੈ। ਛੋਟੇ ਨਹੀਂ ਚਲੋ ਬਿਜ਼ਨਸ ਲਈ ਇੱਦਾਂ ਸੀ, ਐਲੀਜੀਬਿਲਟੀ ਹੈ ਸੀ ਨਾਲ ਹੋਲਸੇਲ ਦੀ ਜਾਂ ਹੋਰ ਉੱਦਾਂ ਸਾਰੇ ਚਲੋ ਹੈਗੇ ਸੀ ਇੱਦਾਂ ਦਾ ਸਾਰਾ ਕੁਝ ਕੋਈ। ਪਰ ਉਹਦੇ 'ਚ ਐਂ ਹੁੰਦਾ ਸੀ ਬਾਰ-ਬਾਰ ਵੀ ਪੰਛੀ ਜਿੰਨੇ ਵੀ ਸਾਡੇ ਹੋਰ ਕਿੰਨੇ ਸਾਥੀ ਧਰਤੀ ਦੇ ਉੱਤੇ ਸਾਰੇ ਆਪਣਾ ਪੇਟ ਭਰਦੇ ਆਰਾਮ ਨਾਲ ਸੌ ਜਾਂਦੇ। ਵੀ ਸਾਡੇ ਤਾਂ ਅਸੀਂ ਰਾਤ ਨੂੰ ਵੀ ਲੱਗੇ ਰਹਿੰਦੇ ਉੱਥੇ ਐਮਰਜੈਂਸੀ ਦਿਨ ਰਾਤ ਨੂੰ ਵੀ, ਅੱਗੇ ਰਾਤ ਨੂੰ ਵੀ ਕਿੰਨੀ ਲੰਮਾ ਸਮਾਂ। ਤੇ ਫਿਰ ਇੱਕ ਇੱਧਰ ਹੋਰ ਫਾਰਮੇਸੀ ਸੀ ਉੱਥੇ ਵੀ। ਤੇ ਮਤਲਬ ਇੱਦਾਂ ਦਿਨ ਰਾਤ ਲੱਗੇ ਰਹਿਣਾ। ਪਰ ਉਹ ਫਿਰ ਬਾਰ-ਬਾਰ ਗੁਰਬਾਣੀ ਜਿਹੜੀ ਸੀ ਇਹ ਮੈਸੇਜ ਦਿੰਦੀ ਸੀ ਵੀ ਜੀਵਨ ਦਾ ਜਿਹੜਾ ਸੱਚ ਹੈਗਾ ਹੈ ਨਾ, ਵੀ ਉਹ ਜੀਵਨ ਦਾ ਮਨੋਰਥ ਕੁਝ ਹੋਰ ਹੈ। ਵੀ ਜੀਵਨ ਦੇ ਸੱਚ ਨੂੰ ਸਮਝਣ ਤੋਂ ਬਿਨਾਂ ਜੀਵਨ ਨੂੰ ਇੱਦਾਂ ਜੀਣਾ ਚਲਾਉਣਾ ਤੇ ਫਿਰ ਮਤਲਬ ਉਹਦੇ ਵਿੱਚ ਰਸ ਨਹੀਂ ਸੀ ਆਉਂਦਾ। ਫਿਰ ਮਤਲਬ ਥੋੜ੍ਹਾ ਜਿਹਾ ਮਨ ਜ਼ਿਆਦਾ ਬੇਚੈਨ ਹੋਣਾ, ਇਕਾਂਤ ਵਿੱਚ ਜਾਣਾ, ਕਈ ਵਾਰ ਬਿਨਾਂ ਦੱਸਿਆ ਹੀ ਮੈਡਮ ਨੂੰ ਨਿਕਲ ਜਾਣਾ। ਅੱਛਾ। ਹਾਂ, ਤੇ ਇਸ ਤਰੀਕੇ ਨਾਲ ਕਈ ਵਾਰ ਚਲੋ ਇਹ ਘਟਨਾਵਾਂ ਵੀ ਹੋਈਆਂ। ਤੇ ਉਸ ਤੋਂ ਬਾਅਦ ਜਦੋਂ ਕੋਈ ਮਿਲਣਾ ਇਸ ਤਰ੍ਹਾਂ ਦਾ, ਫਿਰ ਉਹਨੂੰ ਹਸਪੀਟਲ ਲੈ ਕੇ ਜਾਣਾ। ਤੇ ਹਸਪੀਟਲ 'ਚ ਅਰੇਂਜਮੈਂਟ ਰੱਖਣ ਦਾ ਨਹੀਂ ਸੀ ਹੁੰਦਾ, ਪ੍ਰਿਸਕ੍ਰਾਈਬ ਕਰ ਦਿੰਦੇ ਸੀ। ਫਿਰ ਰੇਲਵੇ ਸਟੇਸ਼ਨ 'ਤੇ ਲੈ ਕੇ ਬਹਿਣਾ, ਰੇਲਵੇ ਸਟੇਸ਼ਨ 'ਤੇ ਬੈਠੇ ਰਹੇ, ਫਿਰ ਸੋਚਣਾ ਕਿ ਇਹਦਾ ਹੱਲ ਕੀ ਹੈ। ਪੇਰੈਂਟਸ ਦੇ ਘਰ ਲੈ ਜਾਣਾ, ਫਿਰ ਪੇਰੈਂਟਸ ਦੇ ਘਰ 'ਤੇ ਲਿਜਾਣ ਨੂੰ ਦਿਲ ਨਹੀਂ ਸੀ ਕਰਦਾ। ਇੱਕ ਵਾਰ ਲੈ ਗਏ, ਚਲੋ ਸਾਹਮਣੇ ਵਾਲੇ ਮਕਾਨਾਂ 'ਚ ਪਾ ਲਿਆ ਤੇ ਉਹ ਕਹਿੰਦੇ ਉੱਧਰ ਪਾ ਲਓ। ਤੇ ਪਰ ਦੁਬਾਰਾ ਫਿਰ ਇਹ ਚੀਜ਼ ਬਾਰ-ਬਾਰ ਮਨ 'ਚ ਇਹੀ ਆਉਂਦੀ ਰਹੀ ਕਿ ਇਹਨਾਂ ਲਈ ਇੱਕ ਘਰ ਚਾਹੀਦਾ, ਅਲੱਗ ਤੋਂ ਘਰ ਚਾਹੀਦਾ। ਮਤਲਬ ਉਹ ਨਜ਼ਰਅੰਦਾਜ਼ ਜਦੋਂ ਮਨ 'ਚ ਆਉਂਦਾ ਸੀ ਨਾ ਵੀ ਇਹਨੂੰ ਹੈਲਪ ਦੀ ਲੋੜ ਹੈ, ਉਹ ਹੈਲਪ ਦੀ ਲੋੜ ਜਦੋਂ ਸਾਹਮਣੇ ਚੀਜ਼ ਆਉਂਦੀ ਸੀ, ਅੰਦਰੋਂ ਜ਼ਮੀਰ ਦੀ ਆਵਾਜ਼, ਆਤਮਾ ਦੀ ਆਵਾਜ਼ ਹੈ ਨਾ, ਆਤਮਾ ਦੀ ਆਵਾਜ਼ ਜਿਹੜੀ ਹੈ, ਪਰਮਾਤਮਾ ਦੀ ਆਵਾਜ਼। ਮੇਰੀ ਫੀਲਿੰਗ ਹੈ ਵੀ ਜਿਵੇਂ ਇੰਸਟਰਕਸ਼ਨ ਮੈਨੂਅਲ ਗੱਡੀ ਦੇ ਨਾਲ ਲਿਖਿਆ ਹੁੰਦਾ ਨਾ, ਉਹ ਜਿਹਨੇ ਗੱਡੀ ਬਣਾਈ ਹੁੰਦੀ ਉਹ ਨਾਲ ਉਹਦੇ ਇੰਸਟਰਕਸ਼ਨ ਲਿਖਦਾ ਹੈ। ਤੇ ਇਸੇ ਤਰੀਕੇ ਵੀ ਕਿੱਦਾਂ ਚਲਾਉਣੀ ਹੈ, ਵੀ ਅਸੀਂ ਜਿਹਨੇ ਸਾਨੂੰ ਬਣਾਇਆ ਹੈ ਉਹਨੇ ਸਾਡੇ ਨਾਲ ਲਿਖਿਆ ਹੋਇਆ ਜੀ, ਵੀ ਉਹ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ, ਠੀਕ ਹੈ, ਵੀ ਉਹ ਮੇਰੇ ਕ੍ਰੀਏਟਰ ਦੀ ਆਵਾਜ਼ ਹੈ। ਵੀ ਉਹਨੂੰ ਨਜ਼ਰਅੰਦਾਜ਼ ਕਰਕੇ ਮੈਂ ਕੁਛ ਵੀ ਇਸ ਦੁਨੀਆ 'ਚ ਸੱਚ ਨੂੰ ਬਿਲਕੁਲ ਨਹੀਂ ਸਮਝ ਪਾਊਂਗਾ। ਤੇ ਮੇਰੇ ਲਈ ਬਹੁਤ ਲਾਜ਼ਮੀ ਹੈ ਵੀ ਜਿਹੜੀ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਉਹਨੂੰ ਇੰਪਲੀਮੈਂਟ ਹਰ ਕੀਮਤ 'ਤੇ ਮੈਂ ਉਹਨੂੰ ਫੋਲੋ ਕਰਨਾ। ਠੀਕ ਹੈ, ਉਹ ਬੜੀ ਜਲਦੀ ਗਾਇਬ ਹੋ ਜਾਂਦੀ ਹੈ, ਦੂਜੇ ਸੰਸਕਾਰ ਜਿਹੜੇ ਸੀ ਉਹਨਾਂ ਦੀਆਂ ਆਵਾਜ਼ਾਂ ਦਬ ਲੈਂਦੀਆਂ। ਤੇ ਇਸ ਕਰਕੇ ਮਤਲਬ ਉਹ ਜਿਹੜੀ ਸੀ ਸਟਰੋਂਗ, ਉਹ ਬਾਰ-ਬਾਰ ਜਦੋਂ ਜਿਉਂ ਉਹਦੇ ਆਵਾਜ਼ ਸੁਣ ਕੇ ਕੋਸ਼ਿਸ਼ ਕਰਨੀ, ਉਹ ਸਟਰੋਂਗ ਹੁੰਦੀ ਗਈ। ਤੇ ਫਿਰ ਇਹ ਪਰਮਾਤਮਾ ਦਾ ਓਟ ਆਸਰਾ ਤੱਕ ਕਿ 15 ਦਸੰਬਰ 2003 ਨੂੰ 2 ਕਮਰੇ ਕਿਰਾਏ 'ਤੇ ਲੈ ਕੇ ਇਹ ਘਰ ਸ਼ੁਰੂ ਹੋ ਗਿਆ। ਮਤਲਬ ਇਹਦੇ ਪਿੱਛੇ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਮਨ ਵਿਰਾਗ ਨਾਲ ਭਰ ਜਾਂਦਾ ਸੀ। ਕਈ ਪੇਸ਼ੈਂਟ ਵੇਖਦੇ ਹੋਗੇ, ਆਲਾ ਦੁਆਲਾ ਦੇਖਦੇ ਹੋਗੇ, ਜਿੰਦੇ ਵਿੱਚ ਬਹੁਤ ਤਰ੍ਹਾਂ ਦੇ ਪੇਸ਼ੈਂਟ ਸਾਡੇ ਆਲੇ ਦੁਆਲੇ ਦੇ ਵਿੱਚ ਐਵੇਂ ਦੇਖਣ ਨੂੰ ਮਿਲਦੇ ਆ। ਤੇ ਉਹ ਚੀਜ਼ ਕਿਤੇ ਨਾ ਕਿਤੇ ਇੱਕ ਮਤਲਬ ਕਹਿ ਸਕਦੇ ਹਾਂ ਕਿ ਅੰਦਰ ਭਰ ਰਿਹਾ ਸੀ। ਇੱਕ ਟਾਈਮ ਲਿਮਟ ਦੇਖ ਰਿਹਾ ਸੀ ਵੀ ਕਦੋਂ ਬਾਅਦ ਕੋਈ ਪਰਮਾਤਮਾ ਕਰੇ ਹੈ ਨਾ, ਤੁਹਾਨੂੰ ਜਿੱਦਾਂ ਕਿ ਓਟ ਆਸਰਾ ਮਿਲਿਆ ਮਹਾਰਾਜ ਵੱਲੋਂ ਹੈ ਨਾ, ਤੁਹਾਨੂੰ ਬਖਸ਼ਿਸ਼ ਹੋਈ ਕਿ ਤੁਸੀਂ ਆਪ ਜੀ ਨੇ ਇੱਥੇ ਜਿਹੜਾ ਇਹ ਸਰ ਜਿਹੜੇ ਤੁਸੀਂ ਮੈਨੂੰ ਲੱਗਦਾ ਕਿ ਕਿਰਾਏ 'ਤੇ ਲੈ ਕੇ ਸ਼ੁਰੂ ਕੀਤਾ। ਤੇ ਇਹ ਫਿਰ ਜਦੋਂ ਸਟਾਰਟ 'ਚ ਕਿਰਾਏ 'ਤੇ ਲੈ ਕੇ ਜਦੋਂ ਸ਼ੁਰੂ ਕੀਤਾ ਤੇ ਘਰਦਿਆਂ ਦੀ ਕੀ ਪ੍ਰਤੀਕਿਰਿਆ ਸੀ ਤੁਹਾਡੇ ਪ੍ਰਤੀ ਕਿ ਸਾਡਾ ਮੁੰਡਾ ਹੈ ਨਾ ਚੰਗਾ ਭਲਾ ਵਧੀਆ ਵੀ ਕਮਾ ਰਿਹਾ ਵਧੀਆ ਹੈ ਨਾ ਮੈਡੀਕਲ ਲਾਈਨ 'ਚ, ਹੁਣ ਉਸ ਤੋਂ ਬਾਅਦ ਵਿਆਹ ਵੀ ਹੋ ਗਿਆ, ਬੱਚਿਆਂ ਦਾ ਵੀ ਦੇਖਣਾ, ਤੇ ਇਹ ਕਿਹੜੇ ਨਵੇਂ ਰਾਹ ਮਤਲਬ ਚੱਲ ਪਏ ਨੇ? ਇਹਦੇ ਲਈ ਮੈਂ ਬਹੁਤ ਨਾ ਸਟੈਪ ਵਿੱਚ ਜਿਹਨੂੰ ਕਹਿ ਲਈਏ ਖਾ ਗਿਆ ਸੀ ਪਹਿਲਾਂ। ਇਹ ਮੈਂ ਸ਼ੁਰੂ ਤੋਂ ਹੀ ਤਿਆਰ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੂੰ ਵੀ ਮੈਂ ਨਾਰਮਲ ਲਾਈਫ ਨਹੀਂ ਜੀ ਸਕਦਾ ਜੀ। ਜਦੋਂ ਲਗਭਗ ਮੈਨੂੰ ਯਾਦ ਆ ਰਿਹਾ ਕੁਛ +1 +2 ਦੇ ਵਿੱਚ ਮੈਂ ਇਹ ਰਿਕੁਐਸਟ ਬਾਰ-ਬਾਰ ਕਰਦਾ ਸੀ ਵੀ ਮੈਂ ਲਾਈਕ ਨਾਰਮਲੀ ਲਾਈਫ ਨਹੀਂ ਜੀ ਸਕਦਾ, ਵੀ ਮੈਂ ਜੇ ਕਹੀਏ ਕੋਈ ਬਿਜ਼ਨਸ ਕਰਨ ਲੱਗ ਜਾਂ ਤਾਂ ਬਿਜ਼ਨਸ ਹੀ ਕਰੀ ਜਾਵਾਂ, ਕੋਈ ਜੋਬ ਕਰਨ ਲੱਗ ਜਾਂ ਜੋਬ ਹੀ ਕਰੀ ਜਾਵਾਂ, ਜਾਂ ਕੋਈ ਘਰ ਦਾ ਕੰਮ ਕਰਨ ਲੱਗ ਜਾਂ ਖੇਤੀਬਾੜੀ ਉਹੀ ਕਰੀ ਜਾਵਾਂ, ਵੀ ਇਹੋ ਜਿਹਾ ਕੋਈ ਕੰਮ। ਪਹਿਲੀ ਗੱਲ ਤਾਂ ਖੇਤੀਬਾੜੀ ਬੇਸਤੀ ਸੀ ਅਸੀਂ ਹੈ ਨਾ ਜੀ, ਅਤੇ ਚਲੋ ਬਿਜ਼ਨਸ ਮੇਰਾ ਇੰਟਰਸਟ ਹੈਗਾ ਵੀ ਸੀ ਪਰ ਮੈਂ ਕਰ ਨਹੀਂ ਸਕਦਾ। ਮੈਂ ਕਿਹਾ ਕਿਉਂਕਿ ਮੇਰਾ ਦਿਮਾਗ 'ਚ ਬਾਰ-ਬਾਰ ਆਉਂਦਾ ਵੀ ਮੈਂ ਥੋੜ੍ਹੀ ਦੇਰ ਨੂੰ ਚਲਾ ਜਾਣਾ ਦੁਨੀਆ ਤੋਂ, ਵੀ ਦੁਨੀਆ ਜਾ ਰਹੀ ਹੈ, ਵੀ ਇਹ ਬਹੁਤ ਛੋਟੀ ਲਾਈਫ ਹੈ, ਵੀ ਲਾਈਕ ਉਹ ਲਾਈਫ ਨੂੰ ਸਮਝਣ ਦੀ ਜਿਹੜੀ ਬਾਰ-ਬਾਰ ਖਿਆਲ ਆਉਂਦਾ ਸੀ ਨਾ,
ਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਬਾਰ-ਬਾਰ ਪੇਰੈਂਟਸ ਨੂੰ ਵੀ ਮਦਰ ਨਾਲ ਜ਼ਿਆਦਾ ਮਾਂ ਨਾਲ ਜ਼ਿਆਦਾ ਗੱਲ ਹੁੰਦੀ ਸੀ ਵੀ ਮੈਂ ਨਾਰਮਲ ਘਰ ਦੇ ਵਿੱਚ ਇੱਦਾਂ ਲਾਈਫ ਨਹੀਂ ਜੀ ਸਕਦਾ। ਚਲੋ ਉਹਨਾਂ ਨੇ ਫਿਰ ਉਸ ਵੇਲੇ ਅੱਖਾਂ ਵੀ ਭਰਨੀਆਂ ਹੈ ਨਾ, ਅਤੇ ਫਿਰ ਉਹ ਮੈਨੂੰ ਪਤਾ ਸੀ ਵੀ ਇੱਦਾਂ ਹੋਏਗਾ ਹੈ ਨਾ, ਪਰ ਮੈਂ ਇਸ ਕਰਕੇ ਜ਼ਰੂਰੀ ਸਮਝਦਾ ਸੀ ਉਹਨੂੰ, ਕਿਉਂਕਿ ਇੱਕਦਮ ਜੇ ਕੋਈ ਡਿਸੀਜਨ ਲਵਾਂਗੇ ਤਾਂ ਫਿਰ ਇਹਨਾਂ ਨੂੰ ਥੋੜ੍ਹਾ ਜ਼ਿਆਦਾ ਫੀਲ ਹੋਏਗਾ। ਸਰ ਮੈਂ ਇੱਕ ਛੋਟਾ ਜਿਹਾ ਕੁਐਸਚਨ ਆ ਕਿ ਜਿੱਦਾਂ ਹੈ ਨਾ ਆਪਣੇ ਜਿਹੜੀਆਂ ਵੀ ਮਾਤਾ ਪਿਤਾ ਹੁੰਦੇ ਆ, ਕਿਤੇ ਨਾ ਕਿਤੇ ਅਸੀਂ ਮਾਂ ਨਾਲ ਜ਼ਿਆਦਾ ਅਟੈਚ ਹੁੰਦੇ ਆ ਹੈ ਨਾ, ਉਹ ਸ਼ਾਇਦ ਸਮਝਦੇ ਹੁੰਦੇ ਆ ਸਾਡੀਆਂ ਭਾਵਨਾਵਾਂ ਜਾਂ ਸਾਡਾ ਆਉਣ ਵਾਲੇ ਸਮੇਂ 'ਤੇ ਕਿ ਸਾਡਾ ਬੱਚਾ ਕਿਹੜੇ ਪਾਸੇ ਵੱਲ ਨੂੰ ਜਾ ਰਿਹਾ ਹੈ ਨਾ, ਕਿਉਂਕਿ ਮਾਵਾਂ ਬਹੁਤ ਚੀਜ਼ਾਂ ਜਿਹੜੀਆਂ ਬੋਲ ਕੇ ਦੱਸਣ ਦੀ ਬਜਾਏ ਆਬਜ਼ਰਵੇਸ਼ਨ ਤੋਂ ਹੀ ਜਾਣ ਲੈਂਦੀਆਂ। ਪਰ ਤੁਸੀਂ ਮੈਰਿਡ ਲਾਈਫ ਦੇ ਵਿੱਚ ਸੀ ਉਦੋਂ, ਅਤੇ ਉਦੋਂ ਸਰ ਇਹ ਚੀਜ਼ ਇੱਕ ਮਤਲਬ ਪਾਰਟਨਰ ਨੂੰ ਸਮਝਾਉਣੀ, ਕਿਉਂਕਿ ਉਹ ਅਲੱਗ ਐਨਵਾਇਰਨਮੈਂਟ 'ਚੋਂ ਆਏ ਹੁੰਦੇ ਆ, ਅਲੱਗ ਘਰ ਹੁੰਦਾ, ਉਹਨਾਂ ਦੇ ਅਲੱਗ ਤਰ੍ਹਾਂ ਦਾ ਪਾਲਣ ਪੋਸ਼ਣ ਹੁੰਦਾ, ਅਲੱਗ ਤਰ੍ਹਾਂ ਦੀਆਂ ਭਾਵਨਾ ਜਾਂ ਸੁਪਨੇ ਹੁੰਦੇ ਆ ਕਿ ਆਪਾਂ ਵੱਡੀ ਕੋਠੀ ਲਵਾਂਗੇ ਜੀ ਚੰਡੀਗੜ੍ਹ ਜਾਂ ਕਮਾਈ ਕਰਕੇ ਆਹ ਚੀਜ਼ ਕਰਾਂਗੇ, ਤਾਂ ਉਹਨਾਂ ਨੂੰ ਕਿਵੇਂ ਮਤਲਬ ਤੁਸੀਂ ਸਮਝਾਇਆ ਜਾਂ ਉਹ ਸਿਚੁਏਸ਼ਨ ਨੂੰ ਕਿੱਦਾਂ ਟੈਕਲ ਕੀਤਾ? ਜਿਹੜੇ ਜੀਵਨ ਸਾਥੀ ਉਹਨਾਂ ਨੂੰ ਆਪਣਾ ਜਿਹੜਾ ਅੱਗੇ ਜਿਹੜਾ ਤੁਹਾਡਾ ਗੋਲ ਸੀ ਵੀ ਆਪਾਂ ਇੱਦਾਂ ਸ਼ੈਲਟਰ ਬਣਾਉਣਾ ਆ, ਉਹ ਫਿਰ ਕਿਵੇਂ ਸਰ ਮੁਸ਼ਕਿਲ ਆਈ ਜਾਂ ਜਲਦੀ ਮੰਨ ਗਏ ਜਾਂ ਕਿਵੇਂ? ਪਹਿਲਾਂ ਤਾਂ ਮਦਰ ਵਾਲਾ ਕਲੀਅਰ ਹੋ ਗਿਆ ਹਾਂਜੀ ਕਿ ਮਦਰ ਨੇ, ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਮੈਂ ਜੇ ਇਸ ਤਰ੍ਹਾਂ ਕੋਈ ਜ਼ਿਆਦਾ ਬੰਦਿਸ਼ ਮੇਰੇ 'ਤੇ ਲੱਗ ਗਈ, ਮੈਂ ਲਾਈਕ ਕਿਸੇ ਜੋਗਾ ਵੀ ਨਹੀਂ ਰਹਿਣਾ, ਆਪਣੇ ਆਪ ਜੋਗਾ ਵੀ ਨਹੀਂ ਰਹਿਣਾ ਹੈ ਨਾ, ਵੀ ਡਿਪਰੈਸ਼ਨ ਚਲਾ ਜਾਊਂਗਾ। ਇਸ ਕਰਕੇ ਵਾਸਤੇ ਗੱਲ ਨਹੀਂ ਹੈਗੀ ਹੈ ਨਾ, ਵੀ ਤੁਸੀਂ ਥੋੜ੍ਹਾ ਜਿਹਾ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਹੈ ਨਾ, ਵੀ ਤੁਸੀਂ ਰਾਤ ਨੂੰ ਉੱਪਰ ਖੜ ਕੇ ਜਾਂ ਗਲੀਆਂ 'ਚ ਖੜ ਕੇ ਮੈਨੂੰ ਤੱਕਿਆ ਨਾ ਕਰੋ ਵੀ ਕਦੋਂ ਆਏਗਾ ਹੈ ਨਾ, ਕਦੋਂ ਆਏਗਾ, ਕਿਉਂਕਿ ਹੁੰਦਾ ਸੀ ਉਹ 'ਚ ਕਈ ਵਾਰ ਮੈਂ ਨਾ ਚਾਹੁੰਦੇ ਹੋਏ ਵੀ ਜਾਂ ਕਹਿ ਲਓ ਚਾਹ ਕੇ ਵੀ ਮੈਂ ਲੇਟ ਹੋ ਜਾਣਾ ਕਈ ਵਾਰ, ਵੀ ਉਸ ਅਲੱਗ-ਅਲੱਗ ਤਰੀਕੇ ਨਾਲ ਉਹ ਹੁੰਦਾ ਸੀ ਕਿ ਇੱਕ ਮਨ ਦੇ 'ਚ ਆ ਜਾਏ ਵੀ ਚੰਗੀ ਗੱਲ ਆਉਣਾ ਆਵੇ ਨਹੀਂ ਆਉਣਾ ਨਾ ਆਵੇ, ਮਤਲਬ ਮੇਰੇ ਦਿਲ ਦੀ ਇੱਛਾ ਸੀ ਇਹ ਜੀ ਵੀ ਉਹ ਕਹਿਣ ਠੀਕ ਹੈ ਬਸ। ਦੂਜਾ ਫਿਰ ਜਦੋਂ ਗੱਲ ਜੀਵਨ ਸਾਥੀ ਦੀ ਆਈ, ਜੀਵਨ ਸਾਥੀ ਦੇ ਪਹਿਲਾਂ ਵੀ ਸੰਸਕਾਰ ਜਿਹੜੇ ਸੀ ਪਰਮਾਤਮਾ ਵੱਲੋਂ ਮਾਤਾ ਪਿਤਾ ਨੇ ਕਾਫੀ ਪਕਾਏ ਹੋਏ ਸੀ, ਲਾਈਕ ਉਹ ਵੀ ਸੋਸ਼ਲ ਵਰਕ ਅਤੇ ਗੌਰਮੈਂਟ ਜੋਬ ਸੀ ਉਹਨਾਂ ਦੀ, ਅਤੇ ਫਾਦਰ ਇਨ ਲਾ ਦੀ, ਅਤੇ ਉਹਨਾਂ ਨੇ ਸੰਸਕਾਰ ਐਸੇ ਹੈਗੇ ਸੀ, ਅਤੇ ਮਾਈਂਡ ਸੈੱਟ ਮੈਂ ਪਹਿਲਾਂ ਹੀ ਕੀਤਾ ਹੋਇਆ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਕਲੀਅਰ ਵੀ ਹੈਗਾ ਸੀ ਉਹਨਾਂ ਨੂੰ ਕਾਫੀ ਕੁਛ ਵੀ, ਹਾਂ ਠੀਕ ਹੈ ਇਹਨਾਂ ਦੀਆਂ ਭਾਵਨਾਵਾਂ ਇੱਦਾਂ ਦੀਆਂ ਹੈਗੀਆਂ, ਅਤੇ ਉਹਨਾਂ ਨੇ ਹੁੰਦਾ ਸੀ ਕਿਤੇ ਕਿਤੇ, ਕਿਉਂਕਿ ਉਹ ਅਸੀਂ ਜਾਣਦਾ ਜਦੋਂ ਕਿਤੇ ਲੋੜਵੰਦਾਂ ਲਈ ਕੈਂਪ ਲਾਉਣੇ ਨਾਲੇ ਉਹਨਾਂ ਦਾ ਜਜ਼ਬਾ ਇੱਦਾਂ ਦਾ ਹੁੰਦਾ ਸੀ, ਕਾਫੀ ਉਹਨਾਂ ਨੇ ਮਿਹਨਤ ਕੀਤੀ ਨਾਲ, ਅਤੇ ਪਰ ਗੱਲ ਜਦੋਂ ਆਉਂਦੀ ਸੀ ਇਕਾਂਤ ਵਿੱਚ ਬੈਠਣ ਦੀ, ਇਕੱਲਿਆਂ ਨੂੰ ਛੱਡਣ ਦੀ, ਉਹ ਛੱਡਣਾ ਤਾਂ ਹੁੰਦਾ ਨਹੀਂ ਸੀ ਵੈਸੇ, ਉਹ ਥੋੜ੍ਹੀ ਦੇਰ ਹੀ ਮਨ ਲੋਚਦਾ ਸੀ ਵੀ ਆਪਣੇ ਨਾਲ ਬੈਠਣਾ, ਉਸ ਵੇਲੇ ਪਤਾ ਨਹੀਂ ਉਹ ਕਿੱਦਾਂ ਲੱਭ ਲੈਂਦੇ ਸੀ, ਫਿਰ ਲੱਭ ਲੈਂਦੇ ਸੀ ਹੈ ਨਾ, ਇਹ ਵੀ ਮੇਰੇ ਲਈ ਹੁਣ ਤੱਕ ਇੱਕ ਸਵਾਲ ਹੀ ਬਣਿਆ ਹੋਇਆ ਹੈ ਨਾ ਜੀ। ਅਤੇ ਉਹਦੇ ਵਿੱਚ ਬਸ ਇੱਕ ਸਵਾਲ ਹੁੰਦਾ ਸੀ ਉਹਨਾਂ ਦਾ, ਸਾਨੂੰ ਵੀ ਨਾਲ ਲੈ ਜਾਇਆ ਕਰੋ ਠੀਕ ਆ ਹਾਂ, ਅਤੇ ਬੜਾ ਫਿਰ ਉਹਨਾਂ ਨੇ ਜਦੋਂ ਕਹਿ ਲਓ ਕਿਰਾਏ ਦੀ ਬਿਲਡਿੰਗ ਦੇ ਵਿੱਚ ਲੈ ਕੇ ਇਹਨੂੰ ਚਲਾਇਆ, ਇੱਕ ਗੱਡੀ ਸਾਡੇ ਕੋਲ ਉਸ ਵੇਲੇ ਪਹਿਲਾਂ ਹੀ ਹੁੰਦੀ ਸੀ, ਅਤੇ ਦੁਬਾਰਾ ਜਿਹੜੀ ਸਰ ਗੱਡੀ ਤੁਸੀਂ ਦਾ ਜ਼ਿਕਰ ਕੀਤਾ, ਉਹ ਫਿਰ ਘਰ ਦੀ ਗੱਡੀ ਸੀ ਜਾਂ ਕੋਈ ਕਿਸੇ NGO ਜਾਂ ਚੈਰਿਟੀ ਜਿਹੜੀ ਕੋਈ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਤੁਹਾਨੂੰ ਦਿੱਤੀ ਗਈ ਸੀ? ਨਹੀਂ, ਕੋਈ ਆਰਗੇਨਾਈਜੇਸ਼ਨ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ, ਕਿਸੇ ਉੱਦਾਂ ਧਾਰਮਿਕ ਕੇਂਦਰ ਨਾਲ ਵੈਸਾ ਕੋਈ ਸੰਬੰਧ ਨਹੀਂ ਸੀ, ਕਿਸੇ ਡੇਰੇ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ, ਕਿਸੇ ਪੋਲੀਟੀਸ਼ੀਅਨ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ, ਇਹ ਸਾਰਾ ਕੁਛ ਮਤਲਬ ਜਿਹੜਾ ਹੈਗਾ ਸੀ ਉਹਦੇ ਇੱਕ ਸਿੰਪਲ ਆਪਣੀ ਗੱਡੀ ਜਿਹੜੀ ਰੱਖੀ ਹੋਈ ਸੀ ਘਰ ਦੇ ਵਿੱਚ, ਉਹ ਗੱਡੀ ਸੀ, ਉਹ ਚੱਕ ਕੇ ਸ਼ੁਰੂ ਮਤਲਬ ਉਹਦੇ ਨਾਲ ਹੀ, ਅਤੇ ਨਾਲ ਦੀ ਨਾਲ ਫਿਰ ਸਾਨੂੰ ਥੋੜ੍ਹਾ ਜਿਹਾ 10 ਸੀਟਰ ਗੱਡੀ ਇੱਕ ਹੋਰ ਨਾਲ ਲੈਣੀ ਪੈ ਗਈ। ਅਤੇ ਸਰ ਤੁਸੀਂ ਐਂ ਨਹੀਂ ਸੋਚਿਆ ਕਿ ਜਿਵੇਂ ਤੁਸੀਂ ਰੈਂਟ 'ਤੇ ਘਰ ਲੈ ਰਹੇ ਹੋ ਕਿ ਇੱਦਾਂ ਵੀ ਗੁਰਦੁਆਰਾ ਸਾਹਿਬ ਆਪਣੀਆਂ ਧਾਰਮਿਕ ਸੰਸਥਾਵਾਂ ਜਾਂ ਉਹਨਾਂ ਦੀਆਂ ਸਰਾਂ ਹੁੰਦੀਆਂ ਹੈ ਨਾ, ਤਾਂ ਜਾਂ ਕੋਈ ਇੱਦਾਂ ਦਾ ਜਿਹੜੇ ਧਾਰਮਿਕ ਜਿਹੜੇ ਕੋਈ ਵੀ ਆਰਗੇਨਾਈਜੇਸ਼ਨ ਆ ਜਾਂ ਹੈ ਨਾ ਜਾਂ ਧਾਰਮਿਕ ਪਲੇਸ ਆ, ਉਹ ਤੁਹਾਨੂੰ ਸਪੋਰਟ ਕਰਨ, ਉਹਨਾਂ ਤੱਕ ਅਪਰੋਚ ਤੁਸੀਂ ਆਪਦਾ ਜਿਹੜਾ ਮਨੋਰਥ ਲੈ ਕੇ, ਇੰਨਾ ਪਾਕ ਪਵਿੱਤਰ ਮਨੋਰਥ ਆ, ਉਹ ਲੈ ਕੇ ਤੁਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਹ ਕਰਨਾ ਚਾਹੁੰਦੇ ਹੋ ਕਿ ਜੇ ਤੁਸੀਂ ਸਾਡੀ ਹੈਲਪ ਕਰੋਗੇ ਕੁਛ? ਹਾਂ, ਨਹੀਂ ਪੂਰਾ ਦੱਸਿਆ, ਖੁੱਲ੍ਹ ਕੇ ਦੱਸਿਆ। ਫਿਰ ਕੀ ਰਿਸਪੌਂਸ ਮਿਲਿਆ? ਰਿਸਪੌਂਸ ਜ਼ੀਰੋ। ਮਤਲਬ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਸਪੌਂਸ ਜ਼ੀਰੋ ਸੀ? ਹਾਂ, ਸਰਕਾਰੀ ਅਦਾਰਿਆਂ 'ਚ ਵੀ ਗਏ ਜਿਨ੍ਹਾਂ ਦੇ ਫੀਲਡ ਸੀ ਨਾ ਇਹ ਸੈਕਟਰੀ ਦੇ, ਉਹਨਾਂ ਦੇ ਡਾਇਰੈਕਟਰ ਉਹਨਾਂ ਨੂੰ ਵੀ ਮਿਲੇ, ਉਹਨਾਂ ਦੇ ਲਾਈਕ HOD ਉਹਨਾਂ ਨੂੰ ਵੀ ਮਿਲੇ, ਅਤੇ ਉਸ ਵੇਲੇ ਬਹੁਤ ਜਗ੍ਹਾ 'ਤੇ ਯਾਨੀ ਕੋਸ਼ਿਸ਼ ਕੀਤੀ, ਧਾਰਮਿਕ ਕੇਂਦਰਾਂ ਵਿੱਚ ਕੋਸ਼ਿਸ਼ ਕੀਤੀ, ਕੋਈ ਡੇਰਾ ਨਹੀਂ ਛੱਡਿਆ ਹੋਣਾ, ਕੋਈ ਧਾਰਮਿਕ ਕੇਂਦਰ ਨਹੀਂ ਛੱਡਿਆ ਹੋਣਾ,
ਤੇ ਇਹ ਲਾਈਕ ਜਿਵੇਂ ਅੱਜ ਹੀ ਤੁਸੀਂ ਗੱਲ ਕਰਕੇ ਦੇਖ ਲਓ, ਅੱਜ ਨਹੀਂ ਕਿਸੇ ਦੀ ਸਮਝ 'ਚ ਆਉਣਾ। ਤੂੰ ਆਪਣੀ ਪ੍ਰੋਬਲਮ ਦੱਸ ਕੀ ਆ। ਮੈਂ ਕਿਹਾ ਮੇਰੀ ਪ੍ਰੋਬਲਮ ਹੈ, ਬੰਦਾ ਰੁਲ ਰਿਹਾ, ਮੇਰੀ ਪ੍ਰੋਬਲਮ ਹੈ, ਮੈਨੂੰ ਪੇਨ ਹੋ ਰਹੀ ਹੈ। ਉਹਨੂੰ ਪਤਾ ਨਹੀਂ ਹੋ ਰਹੀ ਕਿ ਨਹੀਂ ਹੋ ਰਹੀ, ਪਰ ਮੈਨੂੰ ਪੇਨ ਹੋ ਰਹੀ ਹੈ ਵੀ ਮੇਰੇ ਸਾਹਮਣੇ ਰੁਲ ਰਿਹਾ। ਉਹ ਇਹ ਗੱਲਾਂ ਨਹੀਂ ਸਮਝ ਆ ਰਹੀਆਂ ਜੀ, ਠੀਕ ਹੈ। ਤੇ ਇਸ ਕਰਕੇ ਮੈਂ ਮਹਿਸੂਸ ਕੀਤਾ ਵੀ ਨਾ ਬਸ ਜਿੰਨਾ ਦੇਖਣਾ ਸੀ ਦੇਖ ਲਿਆ। ਹੁਣ ਫਿਰ ਧਰਮਸ਼ਾਲਾ 'ਚ ਸਾਨੂੰ ਆਸ ਸੀ ਵੀ ਧਰਮਸ਼ਾਲਾ ਵਿੱਚ ਸਾਨੂੰ ਕਮਰੇ ਮਿਲ ਜਾਣਗੇ। ਉਹ ਧਰਮਸ਼ਾਲਾ ਦੇ ਵਿੱਚ ਵੀ ਚਲੋ ਵਾਕਫ ਸੀ, ਸਰਪੰਚ ਵੀ ਰਿਲੇਟਿਵ ਸੀ। ਉਹ ਕਹਿੰਦੇ ਅਸੀਂ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਜੀ ਪੰਚਾਇਤ ਨਾਲ ਮੀਟਿੰਗ ਕਰਕੇ। ਮੈਂ ਕਿਹਾ ਸਾਨੂੰ ਤੁਸੀਂ 3-4 ਕਮਰੇ ਦੇ ਦਿਓ ਵੀ ਜਿਹੜੇ ਨਾਗਰਿਕਾਂ ਨੂੰ ਕੋਈ ਸਿਰ 'ਤੇ ਛੱਤ ਨਹੀਂ, ਇੱਦਾਂ ਰੁਲਦੇ, ਕੋਈ ਨਹੀਂ ਘਰ ਲੱਭਦਾ ਜੀ ਨਹੀਂ ਦੇਦਾ, ਕੋਈ ਨਹੀਂ ਦੇਰ ਤੱਕ ਰੱਖ ਕੇ ਇਹਦੇ ਟ੍ਰੀਟਮੈਂਟ। ਕਹਿੰਦੇ ਵੀ ਅਸੀਂ ਸਲਾਹ ਕਰਦੇ ਹਾਂ, ਪਰ ਅਖੀਰ 'ਤੇ ਕਹਿੰਦੇ ਨਹੀਂ ਪੰਚਾਇਤ ਮੰਨਦੀ ਨਹੀਂ ਹੈ। ਮਤਲਬ ਪੰਚਾਇਤਾਂ ਵੱਲੋਂ ਵੀ ਅਤੇ ਸਾਰੇ ਦੂਜੇ ਧਾਰਮਿਕ ਕੇਂਦਰ ਵੀ, ਅਤੇ ਉਹ ਸਾਰਿਆਂ ਵੱਲੋਂ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ, ਅਤੇ ਫਿਰ ਪਰਮਾਤਮਾ ਦਾ ਓਟ ਆਸਰਾ ਤੱਕ ਕੇ 2 ਕਮਰੇ ਕਿਰਾਏ 'ਤੇ ਸ਼ੁਰੂ ਹੋ ਗਿਆ ਸੀ। ਉਹਦੇ ਵਿੱਚ ਫਿਰ ਇਹ ਸੀ ਵੀ ਜੋ ਵੀ ਮਤਲਬ ਹੈ ਆਪਣੀ ਫਾਰਮੇਸੀ ਹੁੰਦੀ ਹੈ ਨਾ, ਉਹ ਸਾਰਾ ਇੱਧਰੋਂ ਸਾਰਾ ਰੈਂਟ ਕੀ, ਦੂਜੀ ਕੀ, ਫਿਰ ਗੱਡੀ ਕੀ। ਉਹ ਪੇਰੈਂਟਸ ਨੂੰ 4 ਮਹੀਨੇ ਬਾਅਦ ਪਤਾ ਲੱਗਿਆ ਵੀ ਅੱਛਾ ਇਹਨਾਂ ਨੇ ਸ਼ੁਰੂ ਕੀਤਾ। ਠੀਕ ਹੈ। ਅਤੇ ਇਹ ਲਾਈਕ ਕਿਸੇ ਨਾਲ ਕੋਈ ਉਹਦੇ ਨਾਲ ਮਤਲਬ ਕੋਈ ਪ੍ਰੋਗਰਾਮ ਬਣਾ ਕੇ ਸਲਾਹ ਨਾਲ ਤਾਂ ਹੋਇਆ ਹੀ ਨਹੀਂ। ਪਰਮਾਤਮਾ ਨੇ ਐਂ ਕਹਿ ਸਕਦੇ ਪਰਮਾਤਮਾ ਨੇ ਆਪਣੇ ਆਪ ਸ਼ੁਰੂ ਕਰਵਾ ਦਿੱਤਾ। ਸ਼ੁਰੂ ਆਪਣੇ ਆਪ ਉਹਦੀ ਵਿਲ ਅਤੇ ਉਹਨੇ ਜਿੱਦਾਂ ਖਿਆਲ ਫੋਰਸ ਕਰਦੇ ਰਹੇ, ਹੁਣ ਤੱਕ ਇੱਦਾਂ ਹੀ ਹੋ ਰਿਹਾ ਜਿਵੇਂ ਖਿਆਲ ਫੋਰਸ ਕਰ ਰਹੇ ਆ। ਲਾਈਕ ਹੁਣ ਜਿਵੇਂ ਕੋਵਿਡ 'ਚ ਬੜੀ ਨਵੀਂ ਸਮੱਸਿਆ ਸਾਹਮਣੇ ਆਈ ਸੀ ਵੀ ਚੰਡੀਗੜ੍ਹ ਵੀ ਦਰਵਾਜ਼ੇ ਬੰਦ ਕਰ ਲਏਗਾ। ਅੱਛਾ। ਉਹਨਾਂ ਨੇ ਜਦੋਂ ਮਤਲਬ ਡੋਰ ਬੰਦ ਹੋ ਗਏ ਅਤੇ ਫਿਰ ਸਾਨੂੰ ਇਹ ਹੌਸਪੀਟਲ ਵੱਲ ਵਧਣਾ ਪਿਆ ਜੀ। ਅੱਛਾ, ਇਹ ਪ੍ਰਭ ਆਸਰਾ ਟਰਸਟ ਨੇ ਆਪਣਾ ਹੌਸਪੀਟਲ ਵੀ ਖੁਦ ਬਣਵਾਇਆ? ਨੈਚੁਰਲੀ ਫਿਰ ਇੱਦਾਂ ਹੁਣ ਹਾਲਾਤ ਐਸੇ ਬਣ ਗਏ ਸੀ। ਫਿਰ ਅਸੀਂ ਹੋਟਲ ਦੀ ਬਿਲਡਿੰਗ ਕਨਵਰਟ ਕੀਤੀ ਹੌਸਪੀਟਲ ਦੇ ਵਿੱਚ, ਜਿਹਦੇ ਵਿੱਚ 24 ਘੰਟੇ ਮੈਡੀਕਲ ਸਰਵਿਸਿਜ਼। ਅਤੇ ਫਿਰ ਉਹਦੇ 'ਚ ਜਿੰਨਾ ਕੁ ਡਾਇਗਨੋਸ ਦੇ ਵਾਸਤੇ ਜੋ ਅਲਟਰਾਸਾਊਂਡ ਚਾਹੀਦੀ ਸੀ, ਜਿਹੋ ਜਿਹੀਆਂ ਮਸ਼ੀਨਾਂ ਚਾਹੀਦੀਆਂ ਸੀ ਲੈਬ ਦੀਆਂ ਅਤੇ ਐਕਸਰੇ ਵਗੈਰਾ, ਉਹ ਸਾਰਾ ਲਗਾ ਕੇ ਫਿਰ ਫਟਾਫਟ ਉਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ। ਜਿਹੜੇ ਸਰ ਇਕਵਿਪਮੈਂਟ ਆ, ਮੈਨੂੰ ਲੱਗਦਾ ਜਿਹੜੀਆਂ ਮਸ਼ੀਨਾਂ ਹੁੰਦੀਆਂ ਮੈਡੀਕਲ ਲਾਈਨ ਦੇ ਵਿੱਚ, ਇਹ ਕਾਫੀ ਕਾਸਟਲੀ ਹੁੰਦੀਆਂ। ਇਹ ਫਿਰ ਇਹਨਾਂ ਦਾ ਅਰੇਂਜਮੈਂਟ ਕੋਈ ਸਰਕਾਰ ਵੱਲੋਂ ਕੋਈ ਸਬਸਿਡੀ ਮਿਲੀ ਜਾਂ ਕੁਛ ਕਿਸੇ ਪ੍ਰਕਾਰ ਦਾ ਕੁਛ, ਕਿਵੇਂ ਤੁਸੀਂ ਇੰਨੇ ਇਕਵਿਪਮੈਂਟ ਇਕੱਠੇ ਕੀਤੇ? ਨਹੀਂ, ਇਹ ਪਬਲਿਕ ਜਿਹੜੇ ਸਰੋਤੇ ਹੁਣ ਸੁਣ ਰਹੇ ਹੈ ਉਹਨਾਂ ਨੂੰ ਸਲੂਟ ਹੈ। ਉਹਨਾਂ ਦੀਆਂ ਭਾਵਨਾਵਾਂ ਜੀ ਇੰਨੀਆਂ ਜ਼ਿਆਦਾ ਭਾਵਨਾਵਾਂ ਨਾ, ਜਿਵੇਂ ਕਹਿ ਲਓ ਵੀ ਆਪਣੀ ਲੜਕੀ ਜਿਹੜੀ ਹੁੰਦੀ ਹੈ ਜਦੋਂ ਸਹੁਰੇ ਪਰਿਵਾਰ 'ਚ ਆ ਜਾਂਦੀ ਹੈ ਨਾ, ਉਹ ਚਾਹੁੰਦੀ ਹੈ ਮੈਨੂੰ ਪੇਕਿਆਂ ਵੱਲੋਂ ਨਾ ਵੀ ਠੰਡੀਆਂ ਹਵਾਵਾਂ ਮਿਲਦੀਆਂ ਰਹਿਣ। ਠੀਕ ਹੈ। ਉਹ ਸਰੋਤੇ ਸਾਡੇ ਇੱਦਾਂ ਦੇ, ਉਹਨੂੰ ਇਹ ਹੁੰਦਾ ਵੀ ਬਸ ਅਸੀਂ ਜਿੱਥੇ ਮਰਜ਼ੀ ਬੈਠੇ, ਸਾਨੂੰ ਇਹ ਪਰ ਠੰਡੀਆਂ ਹਵਾਵਾਂ ਮਿਲਦੀਆਂ ਰਹਿਣ ਵੀ ਆ ਪੰਜਾਬ ਦੇ ਵਿੱਚ ਲੋਕ ਰੋਲ ਕੇ ਨਹੀਂ ਮਰ ਰਹੇ, ਬਸ ਸਾਨੂੰ ਠੰਡੀ ਹਵਾ ਵੀ ਨਹੀਂ, ਸਾਰਿਆਂ ਨੂੰ ਸੰਭਾਲ ਹੋ ਰਹੀ ਹੈ। ਇਹੋ ਜਿਹੇ ਸਰੋਤੇ ਜਿਹਦੇ ਅੰਦਰ ਗੁਣ ਕਹਿ ਲਈਏ, ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ, ਵੀ ਗੁਣਾਂ ਨੂੰ ਧਾਰਨ ਕੀਤੇ ਬਿਨਾਂ, ਕਹਿੰਦੇ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ। ਹੁਣ ਕਿੱਥੋਂ ਸਿੱਖਣ ਜਾਣਾ ਵੀ ਕੀ ਕਰੀਏ ਅਸੀਂ? ਗੁਣਾਂ ਨੂੰ ਧਾਰਨ ਕਰਨਾ, ਦਇਆ ਜਿਹੜੀ ਹੈ ਨਾ, ਧਰਮ ਦਇਆ ਕਾ ਪੂਤ ਹੈ। ਅਤੇ ਬਜ਼ੁਰਗ ਸਾਡੇ ਕੋਲ ਇੱਥੇ ਲਗਭਗ 2000 ਦੇ ਕਰੀਬ ਨਾਗਰਿਕ ਦਾਖਲ ਹੋ ਚੁੱਕੇ। ਬੜੇ ਜਦੋਂ ਪਹਿਲਾਂ ਮਿਲੇ, ਕੋਈ ਅਲੱਗ-ਅਲੱਗ ਵਿਚਾਰੇ ਇੰਨੇ ਬੇਬਸ ਅਤੇ ਲਾਚਾਰ ਹੋ ਚੁੱਕੇ, ਹਾਲਾਤਾਂ ਦੀ ਪੀੜਾ ਝੱਲਦੇ ਹਾਲਾਤ ਇਹ ਬਣੇ ਹੋਏ ਕਿ ਆਪਣੀ ਸੰਭਾਲ ਤੋਂ ਮੁਹਤਾਜ ਜਿਹੜਾ ਵੀ ਹੋ ਗਿਆ, ਕੋਈ ਪਰੇਸ਼ਾਨੀਆਂ ਕਰਕੇ, ਕਿਸੇ ਕਰਕੇ ਵੀ, ਉਹ ਵਿਚਾਰਾ ਰੋਲ ਕੇ ਜ਼ਿੰਦਗੀ ਦੇ ਹੈ ਨਾ ਕੱਟਣ ਲੱਗ ਗਿਆ, ਮਰਨ ਲੱਗ ਗਿਆ। ਫਿਰ ਹੁਣ ਸਿਰ ਪਰ ਛੱਤ ਨਹੀਂ, ਕੋਈ ਆਪਣੇ ਘਰ ਦੇ ਵਿੱਚ ਵੀ ਇਕੱਲਾ ਰਹਿ ਗਿਆ, ਕਿਸੇ ਦੇ ਸਿਰ 'ਤੇ ਛੱਤ ਨਹੀਂ, ਡਿਮੈਂਸ਼ੀਆ ਕਰੇ, ਘਰ ਦਾ ਰਸਤਾ ਭੁੱਲ ਗਿਆ। ਉਹ ਹੁਣ ਰੋਗਾਂ ਦੀ ਭਿਅੰਕਰ ਪੀੜਾ ਜਰ ਰਿਹਾ ਇਸ ਵੇਲੇ ਦੇ ਹਾਲਾਤ। ਕਿਸ ਨੂੰ ਦੁੱਖੜੇ ਸੁਣਾਵੇ ਹੁਣ ਉਹ? ਕਿਹੋ ਜਿਹੀ ਗਰਮੀ ਸਰਦੀ, ਇਸ ਵੇਲੇ ਕਿੰਨੀ ਗਰਮੀ ਹੈਗੀ ਹੈ, ਹਨੇਰੀਆਂ ਹੁੰਦੀਆਂ, ਝੱਖੜ ਹੁੰਦੇ, ਇਹਨਾਂ ਹਾਲਾਤਾਂ ਦੀ ਭਿਅੰਕਰ ਪੀੜਾ ਜਰ ਰਿਹਾ। ਪਰ ਸਾਡੇ ਧਾਰਮਿਕ ਦੇਸ਼ ਦੇ ਵਿੱਚ, ਲੋਕਤੰਤਰ ਮੁਲਕ ਦੇ ਵਿੱਚ ਇੱਕ ਬੇਬਸ ਅਤੇ ਲਾਚਾਰ ਨਿਆਸਰਾ ਨਾਗਰਿਕ ਰੋਲ ਕੇ ਮਰ ਰਿਹਾ। ਸੱਚਾਈ ਇੱਦਾਂ ਦੀ। ਕਿਤੇ ਇੱਕ ਨਹੀਂ, ਕਈਆਂ ਨੇ ਬੜੀਆਂ ਅਲੱਗ-ਅਲੱਗ ਆਪਣੇ ਦਰਦ ਭਰੀਆਂ ਕਹਾਣੀਆਂ, ਗੱਲਾਂ ਦੱਸੀਆਂ, ਬਹੁਤ ਅਲੱਗ-ਅਲੱਗ ਮਤਲਬ ਉਹਨਾਂ ਨੂੰ ਪੱਖ ਤੋਂ ਉਹਨਾਂ ਨੇ ਜਦੋਂ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ, ਕਹਿੰਦੇ ਹੇ ਮਾਲਕ, ਤੇਰੇ ਨਾਂ 'ਤੇ ਘਰ ਤਾਂ ਰੋਜ਼ ਨਵੇਂ ਬਣ ਰਹੇ ਹੈ, ਪਰ ਤੇਰੇ ਬੰਦੇ ਜਿਹੜੇ ਹੈ ਨਾ ਬੇਸਹਾਰਾ ਨਿਆਸਰੇ, ਉਹ ਰੋਲ ਕੇ ਮਰ ਰਹੇ ਹੈ। ਹੇ ਮਾਲਕ, ਤੇਰੇ ਘਰਾਂ ਨੂੰ ਸੋਨਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਪਰ ਬੰਦਾ ਤੇਰਾ ਬੇਬਸ ਲਾਚਾਰ ਨਿਆਸ ਰਿਹਾ, ਉਹ ਦੁਰਕਾਰਿਆ ਜਾ ਰਿਹਾ। ਕੈਸਾ ਧਰਮ ਹੈ ਇਹ? ਰੂਹਾਨੀਅਤ ਕੈਸੀ ਹੈ? ਕੈਸੀ ਸਮਾਜ ਸੇਵਾ? ਇਹ ਇਨਸਾਨੀਅਤ ਕੈਸੀ ਹੈ? ਦਇਆ ਦੇ ਵਿੱਚੋਂ ਧਰਮ ਜਨਮ ਲੈਂਦਾ। ਧਰਮ ਦਇਆ ਕਾ ਪੂਤ ਹੈ ਨਾ। ਦਇਆ ਦਾ ਕਾਲ ਵੱਧਦਾ ਜਾ ਰਿਹਾ। ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ 'ਤੇ ਬੇਬਸ ਲਾਚਾਰ ਨਿਆਸਰਾ ਨਾਗਰਿਕ ਰੋਲ ਕੇ ਮਰਦਾ ਜਾ ਰਿਹਾ। ਮਤਲਬ ਇਹੋ ਜਿਹੀਆਂ ਉਹਨਾਂ ਦੀਆਂ ਕਲਵੰਦਰਲੀਆਂ ਫੀਲਿੰਗ,
ਕੋਈ ਕੁਛ ਗਾ ਰਹੀ ਬੀਬੀ, ਕੋਈ ਕੁਛ ਗਾ ਰਹੀ ਆ, ਉਹਦੇ ਸਾਰੇ ਨੂੰ ਪਾਗਲ ਕਹਿ ਕੇ ਸਾਡੇ ਕੋਲ ਦਾਖਲ ਕਰਾ ਜਾਂਦੇ ਆ। ਬੜੀ ਮਸਤੀ ਨਾਲ ਪੁਲਿਸ ਲੈ ਕੇ ਆਈ ਤੇ ਮਸਤੀ 'ਚ ਗਾਉਣ ਲੱਗੀ ਹੋਈ, ਜੀਣ ਲਈ ਤਾਂ ਦੁਨੀਆ ਤੇ ਪਸ਼ੂ ਪੰਛੀ ਵੀ ਜਿਉਂਦੇ ਨੇ, ਪਰ ਜੋ ਕਿਸੇ ਲਈ ਜਿਉਂਦੇ ਉਹ ਇਨਸਾਨ ਕਹਾਉਂਦੇ ਨੇ। ਆਪਣਾ ਪੇਟ ਭਰ ਕੇ ਤਾਂ ਪਸ਼ੂ ਪੰਛੀ ਵੀ ਸੌਂਦੇ ਨੇ, ਜੋ ਭੁੱਖਿਆਂ ਦੇ ਮੂੰਹ ਵਿੱਚ ਪਾਉਂਦੇ ਉਹ ਇਨਸਾਨ ਕਹਾਉਂਦੇ ਨੇ। ਆਪਣੇ ਦੁੱਖਾਂ ਤੇ ਪਸ਼ੂ ਪੰਛੀ ਵੀ ਕਰਲਾਉਂਦੇ ਨੇ, ਜੋ ਦੁਖੀਆਂ ਦਾ ਦੁੱਖ ਵੰਡਾਉਂਦੇ ਉਹ ਇਨਸਾਨ ਕਹਾਉਂਦੇ ਨੇ। ਉਹ ਮਤਲਬ ਇੰਨਾ ਲੰਮਾ ਗਾਉਣ ਲੱਗੀ, ਮੈਂ ਵੀ ਬੈਠ ਗਿਆ ਉਹਨੂੰ ਲੱਗ, ਮੈਂ ਕਿਹਾ ਵੀ ਇਹਦੇ ਅੰਦਰੋਂ ਕੀ ਨਿਕਲੀ ਜਾ ਰਿਹਾ ਹੈ ਨਾ। ਅਤੇ ਇਸ ਤਰੀਕੇ ਨਾਲ ਮਤਲਬ ਇਹਨਾਂ ਦੀ ਬੜੀ ਕਲਾ, ਕਈ ਵਾਰ ਰੱਬ ਨਾਲ ਗੱਲਾਂ ਕਰਦੇ ਹੁੰਦੇ, ਕਈ ਵਾਰ PM ਨਾਲ ਗੱਲਾਂ ਕਰਦੇ ਹੁੰਦੇ, ਕਈ ਵਾਰ CM ਨਾਲ ਗੱਲਾਂ ਕਰਦੇ ਹੁੰਦੇ। ਇਹ ਸਰ ਮੈਂ ਦੇਖਿਆ ਕਿ ਵਿੱਚੋਂ ਆਪਾਂ ਗਏ ਸੀ ਦੇਖਣ, ਮੈਮ ਨੇ ਦਿਖਾਇਆ ਸਾਨੂੰ ਵੂਮਨ ਵਾਰਡ ਜਿਹੜਾ, ਉਹਦੇ ਵਿੱਚ ਕਈ ਤਾਂ ਚਲੋ ਮੈਂਟਲੀ ਡਿਸੇਬਲ ਨੇ ਹੈ ਨਾ ਲੇਡੀਜ਼, ਇੱਥੋਂ ਪੰਜਾਬ ਤੋਂ ਵੀ ਨੇ, ਆਊਟ ਆਫ ਸਟੇਟ ਵੀ ਨੇ, ਹਿੰਦੀ ਬੋਲਦੀਆਂ ਨਾ, ਉਹ ਚਲੋ ਕਿਵੇਂ ਵੀ ਉਹਨਾਂ ਨੂੰ ਉਹ ਜਿੱਦਾਂ ਵੀ ਬੈਕਅਪ ਦੇ ਰਹੇ ਨੇ ਹੈ ਨਾ। ਦੇਖਿਆ ਕਿ ਜਿਹੜੀਆਂ ਬਹੁਤ ਤੰਦਰੁਸਤ ਆ ਜੀ, ਮੈਂਟਲੀ ਬਿਲਕੁਲ ਠੀਕ ਨੇ, ਉਹ ਬੈਠੀਆਂ ਹੋਈਆਂ, ਜਾਂ ਜਿਹੜਾ ਉਹਨਾਂ ਦਾ ਪਿਛੋਕੜ ਆ, ਪਰਿਵਾਰ ਆ, ਉਹ ਵੈਲ ਐਜੂਕੇਟਡ ਆ, ਜਿਨ੍ਹਾਂ ਦੇ ਮੈਨੂੰ ਲੱਗਦਾ ਦੋਤਰੀਆਂ ਕੋਈ ਡੈਂਟਿਸਟ ਨੇ ਹੈ ਨਾ। ਤਾਂ ਇੱਦਾਂ ਦੇ ਵੀ ਬਜ਼ੁਰਗ ਜਿਹੜੇ ਆਉਂਦੇ ਆ ਸਰ, ਇਹ ਮਤਲਬ ਮੈਨੂੰ ਸਮਝ ਨਹੀਂ ਆਈ ਕਿ ਉਹ ਫਿਰ ਜਿਹੜੇ ਉਹਨਾਂ ਦੇ ਘਰ ਦੇ ਆਪ ਛੱਡ ਕੇ ਜਾਂਦੇ ਆ, ਜਾਂ ਇਹ ਖੁਦ ਆਉਂਦੇ ਆ, ਜਾਂ ਇਹਨਾਂ ਦੇ ਪਿੱਛੇ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਇਹ ਸਮਾਜ ਦੇ ਵਿੱਚ ਕਿੱਦਾਂ ਦੀ ਸਿਚੁਏਸ਼ਨ ਬਣ ਰਹੀ ਆ? ਹਾਂ, ਨੈਚੁਰਲੀ ਇਹ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਬਜ਼ੁਰਗਾਂ ਨੂੰ ਘਰ ਸੰਭਾਲਿਆ ਜਾ ਸਕਦਾ, ਉਹ ਆਪਣੇ ਦੇ ਹੁੰਦੇ ਲਵਾਰਸ ਕਿਉਂ ਹੋ ਜਾਂਦੇ ਆ? ਬਿਲਕੁਲ। ਉਹਦੇ ਵਿੱਚ ਕੁਛ ਨਾਗਰਿਕ ਜਿਹੜੇ ਸਾਡੇ ਕੋਲ, ਇੱਕ ਤੇ ਮਾਤਾ ਹੈ ਜਿਹੜੀ ਕਿ ਇਲਾਹਾਬਾਦ ਯੂਨੀਵਰਸਿਟੀ 'ਚ ਪੜ੍ਹਦੀ ਸੀ, ਅਤੇ ਉਹ ਗੁਰਦੁਆਰਾ ਸਾਹਿਬ 34 ਤੋਂ ਸਾਡੇ ਕੋਲ ਦਾਖਲ ਹੋਈ ਹੈ। ਅਤੇ ਉਸ ਨੂੰ ਮਤਲਬ ਕਾਫੀ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਬੜੀ ਜਲਦੀ ਇੰਪਰੂਵ ਹੋਏ, ਅਤੇ ਬੜੀ ਪੜ੍ਹੀ ਲਿਖੀ ਮਾਤਾ, ਅਤੇ ਬੜਾ ਕੌਨਫੀਡੈਂਸ ਸਾਰਿਆਂ ਨਾਲ, ਬੜਾ ਪਿਆਰ ਨਾਲ ਰਹਿੰਦੀ ਹੈ। ਅਤੇ ਮੈਂ ਕਿਹਾ ਤੁਸੀਂ ਤਾਂ ਬਿਲਕੁਲ ਠੀਕ ਹੈ, ਇਹਨੇ ਇੰਟੈਲੀਜੈਂਟ ਹੈ, ਵੀ ਤੁਸੀਂ ਦੱਸੋ ਆਪਾਂ ਘਰ ਘੁੰਮ ਕੇ ਆਈਏ। ਕਹਿੰਦੀ ਨਹੀਂ ਮੇਰਾ ਕੋਈ ਹੋਤਾ ਮੈਂ ਇਸ ਤਰ੍ਹਾਂ ਨਾ ਹੁੰਦੀ। ਅਤੇ ਚਲੋ ਇੱਕ ਵਾਰ ਟੀਮ ਆਈ ਸੀ ਗੁਰਦਾਸ ਮਾਨ ਜੀ ਉਹਨਾਂ ਦੀ ਜਦੋਂ, ਅਤੇ ਉਸ ਵੇਲੇ ਉਹਨਾਂ ਕੋਲ ਮੰਨ ਗਏ, ਅੱਛਾ, ਉਹਨਾਂ ਨੇ ਮਨਾ ਲਏ। ਫਿਰ ਕਹਿੰਦੀ ਮਰ ਜਾਊਂਗੀ ਪਰ ਜਾਊਂਗੀ ਨਹੀਂ। ਅੱਛਾ, ਕਿਆ ਗੱਲ ਹੋ ਗਈ? ਕਹਿੰਦੀ ਉਹਨਾਂ ਨੇ ਕਹਿ ਦਿੱਤਾ ਬੱਚੇ ਨੇ ਵੀ ਤੇਰੇ ਕਰਕੇ ਸਾਡੀ ਲਾਈਫ ਡਿਸਟਰਬ ਹੋ ਰਹੀ ਹੈ। ਕਹਿੰਦੀ ਬਸ ਦੋ ਔਰਤਾਂ ਨੇ, ਬੀਬੀਆਂ ਨੇ ਇਹ ਸੇਮ ਸਟੇਟਮੈਂਟ ਦਿੱਤੀ। ਇੱਕ ਮੋਗੇ ਤੋਂ ਸੀ, ਉਹਨੇ ਵੀ ਫਿਰ ਸਟੇਟਮੈਂਟ ਇਹੀ ਦਿੱਤੀ ਜੀ ਵੀ ਮਾਰ ਦਿਓ ਸਾਨੂੰ, ਕੁਛ ਵੀ ਕਰ ਦਿਓ, ਪਰ ਅਸੀਂ ਵਾਪਸ ਨਹੀਂ ਜਾ ਸਕਦੇ। ਵੀ ਲਾਈਕ ਬੱਚੇ ਜਿਹੜੇ ਸੀ ਨਾ, ਵੀ ਬੱਚੇ ਮਤਲਬ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਪਾਲਿਆ, ਪੜ੍ਹਾਇਆ ਅਤੇ ਇੰਨੇ ਵੱਡੇ ਕੀਤਾ, ਪੈਰਾਂ 'ਤੇ ਖੜ੍ਹੇ ਕੀਤਾ, ਉਹਨਾਂ ਮਾਵਾਂ ਨੂੰ ਜਿਵੇਂ ਕਹਿ ਲਓ ਨਾ ਵੀ ਮਾਵਾਂ ਕਿਵੇਂ ਪਾਲਦੀਆਂ ਏ, ਕਿਵੇਂ ਮਤਲਬ ਉਹਨੂੰ ਸੁੱਕਾ ਰੱਖਦੀਆਂ, ਆਪ ਗਿੱਲੀ ਥਾਂ 'ਤੇ ਪੈਂਦੀਆਂ, ਅਤੇ ਕਿਵੇਂ ਦੁੱਧ ਪਿਲਾ ਕੇ, ਅਤੇ ਕਿਵੇਂ ਪੇਨ ਲੈ ਕੇ ਪਾਲਦੀਆਂ ਏ, ਅਤੇ ਉਹ ਅਖੀਰ ਨੂੰ ਫਿਰ ਉਹਨਾਂ ਦੀ ਗੱਲ ਸੁਣਨ ਨੂੰ ਵੀ ਮਤਲਬ ਬੋਝ ਸਮਝਣ ਲੱਗ ਜਾਂਦੇ ਆ। ਅਤੇ ਅਸੀਂ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ, ਸਾਡੀ ਦਸ਼ਾ ਜਿਹੜੀ ਹੈਗੀ ਹੈ ਬਣੀ ਹੋਈ ਹੈ, ਇਹ ਇਸ ਕਰਕੇ ਬਣ ਗਈ ਕਿਉਂਕਿ ਸਾਡੀ ਦਿਸ਼ਾ ਬੜੀ ਗਲਤ ਹੋ ਗਈ ਹੈ। ਅੱਜ ਸਾਨੂੰ ਸਕੂਲਾਂ ਦੇ ਵਿੱਚੋਂ ਕੋਈ ਇਨਸਾਨ ਬਣਨ ਦੀ ਸਿੱਖਿਆ ਨਹੀਂ ਮਿਲ ਰਹੀ। ਘਰ 'ਚੋਂ ਵੀ ਅਫਸਰ ਬਣਾਉਣਾ ਹੈ, ਪਰ ਚੰਗਾ ਇਨਸਾਨ ਨਹੀਂ ਬਣਾਉਣਾ। ਇਹ ਵੱਡੀ ਸਾਡੇ ਸਾਰੇ ਮਾਪੇ ਜਿਹੜੇ ਹੈਗੇ ਆ, ਉਹ ਵੀ ਭੁੱਲਦੇ ਜਾ ਰਹੇ ਹੈ ਕਿ ਆਫਿਸਰ ਬਣਾਉਣ ਤੋਂ ਪਹਿਲਾਂ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ। ਆਫਿਸਰ ਜਿੰਨਾ ਮਰਜ਼ੀ ਵੱਡਾ ਬਣ ਜਾਓ, ਪੈਸਾ ਮਾੜਾ ਨਹੀਂ ਹੁੰਦਾ, ਪਰ ਜਦੋਂ ਪ੍ਰਿੰਸੀਪਲ ਨੂੰ ਛਿੱਕੇ ਟੰਗ ਕੇ ਤੁਸੀਂ ਪੈਸੇ ਵੱਲ ਨੂੰ ਭੱਜੋਗੇ ਨਾ, ਫਿਰ ਤੁਹਾਡੀ ਪੀਸ ਜਿਹੜੀ ਹੈ, ਦੁਨੀਆ ਦੀ ਕੋਈ ਸ਼ਕਤੀ ਨਹੀਂ ਹੈ ਜਿਹੜੀ ਤੁਹਾਡੀ ਸ਼ਾਂਤੀ ਤੁਹਾਡੇ ਅੰਦਰ ਬਰਕਰਾਰ ਰੱਖ ਸਕੇ। ਇਸ ਕਰਕੇ ਮਤਲਬ ਸਮਾਜ ਦੇ ਵਿੱਚ ਜੇਕਰ ਲਾਈਫ ਜਿਹੜੀ ਹੈਗੀ ਹੈ, ਜਿਹੜੀ ਇੰਨੀ ਡਿਸਟਰਬ ਹੋ ਰਹੀ ਹੈ, ਡਿਪਰੈਸ਼ਨ ਰੇਟ ਇੰਨਾ ਵੱਧ ਰਿਹਾ। ਅੱਜ ਡਿਪਰੈਸ਼ਨ ਰੇਟ ਤੁਹਾਨੂੰ ਤਾਂ ਪਤਾ ਹੀ ਹੋਣਾ ਵੀ ਕਿੰਨਾ ਜ਼ਿਆਦਾ। ਨਿਮਹਾਂਸ ਨੈਸ਼ਨਲ ਇੰਸਟੀਚਿਊਟ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੇ ਸਰਵੇ ਦੀ ਰਿਪੋਰਟ, ਨੈਸ਼ਨਲ ਸਰਵੇ ਦੀਆਂ ਰਿਪੋਰਟਾਂ, ਹੋਰ ਬਹੁਤ ਸਾਰੀਆਂ, ਉਹਦੇ 'ਚ ਤਾਂ ਬਹੁਤ ਜ਼ਿਆਦਾ ਹੈ, ਪਤਾ ਨਹੀਂ ਕਿੰਨੇ ਕੁ ਲੱਖ ਲੋਕ ਹੈ ਨਾ। ਪਰ ਆਪਾਂ ਜੇ ਪੰਜਾਬ ਦੀ ਧਰਤੀ ਦੀ ਵੀ ਗੱਲ ਕਰੀਏ, ਇੱਥੇ 1% ਲੋਕਾਂ ਨੂੰ ਤੁਰੰਤ ਹੌਸਪੀਟਲਾਈਜ਼ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਅੱਧਾ % ਵੀ ਲਗਾ ਲਈਏ ਆਪਾਂ, 0.5% ਵੀ ਲਾ ਲਈਏ, ਜਿਨ੍ਹਾਂ ਨੂੰ ਤੁਰੰਤ ਹੌਸਪੀਟਲਾਈਜ਼ ਕਰਨ ਦੀ ਲੋੜ ਹੈਗੀ ਹੈ ਡਿਪਰੈਸ਼ਨ 'ਚ ਗਿਆ ਨੂੰ, ਅਦਰਵਾਈਜ਼ ਉਹ ਸੁਸਾਈਡ ਕਰ ਸਕਦੇ ਆ। ਅੱਧਾ % ਵੀ 2 ਕਰੋੜ ਦੀ ਆਬਾਦੀ ਲਾ ਲਈਏ ਆਪਾਂ, ਵੱਧ ਨਾ ਲਾਈਏ, 2 ਕਰੋੜ ਦਾ ਅੱਧਾ % 1 ਲੱਖ ਹੋ ਗਿਆ। 1 ਲੱਖ ਲੋਕਾਂ ਨੂੰ ਜੇ ਨਹੀਂ ਸੰਭਾਲੋਗੇ ਤਾਂ ਉਹ ਕੋਈ ਵੀ ਘਟਨਾ ਘਟ ਸਕਦੀ ਹੈ। ਮਤਲਬ ਇਹ ਹਾਲਾਤ ਬਣ ਚੁੱਕੇ ਆ ਸਾਡੀ ਮੈਂਟਲ ਹੈਲਥ ਦੇ। ਸਰ ਇੱਕ ਕੁਐਸਚਨ ਸੀ ਕਿ ਜਿਵੇਂ ਕਿ ਆਪਣੀ ਸਰਕਾਰ ਦਾ ਹੈ ਨਾ, ਪੰਜਾਬ ਸਰਕਾਰ ਦਾ ਬਹੁਤ ਵੱਡਾ ਬਜਟ ਆ, ਅਤੇ ਉਹ ਬਜਟ ਦੇ ਵਿੱਚ ਬਹੁਤ ਜ਼ਿਆਦਾ ਹੌਸਪੀਟਲ ਵੀ ਆਉਂਦੇ ਆ ਮੈਂਟਲ ਹੈਲਥ ਨੂੰ ਲੈ ਕੇ, ਅਤੇ ਜਿਹੜੇ ਵੀ ਮੈਂਟਲ ਇਲਨੈਸ ਦਾ ਸ਼ਿਕਾਰ ਨੇ। ਅਤੇ
ਮੈਨੂੰ ਸਮਝ ਨਹੀਂ ਆਈ ਕਿ ਤੁਸੀਂ ਇੰਨਾ ਵੱਡਾ ਜਿਹੜਾ ਹਸਪੀਟਲ ਬਣਾਇਆ ਹੋਇਆ ਜਾਂ ਮੈਂਟਲ ਇਲਨੈਸ ਦਾ ਜਿਹੜਾ ਕੇਅਰ ਸੈਂਟਰ ਤੁਸੀਂ ਹੈ ਨਾ ਆਰਗੇਨਾਈਜ਼ ਕੀਤਾ ਹੋਇਆ, ਤੇ ਇਹ ਕਿਵੇਂ ਮਤਲਬ ਉਹਨਾਂ ਕੋਲੇ ਨਹੀਂ ਹੈਗੇ ਸਾਰੇ ਮਤਲਬ ਉਪਰਾਲੇ ਜਿਹੜੇ ਸਹੀ ਸਟੀਕ, ਤੁਸੀਂ ਕਿੱਦਾਂ ਮਤਲਬ ਇਹ ਚੀਜ਼ ਸੋਚੀ? ਹਾਂ ਨਹੀਂ, ਬਹੁਤ ਵਧੀਆ ਤੁਹਾਡਾ ਸਵਾਲ ਹੈ। ਮੈਨੂੰ ਲੱਗਦਾ ਹੋਰ ਵੀ ਸਾਡੇ ਬਹੁਤ ਸਾਰੇ ਸਰੋਤਿਆਂ ਦਾ ਸਵਾਲ ਹੋਏਗਾ ਵੀ ਇਹਨਾਂ ਚੀਜ਼ਾਂ ਦੀ ਕੀ ਲੋੜ ਪੈ ਜਾਂਦੀ ਹੈਗੀ ਆ, ਜਾਂ ਸਰਕਾਰ ਨੇ ਇੰਨਾ ਕੁਝ ਬਣਾਇਆ ਹੋਇਆ ਹੈ ਨਾ। ਔਰ ਮਤਲਬ ਇਹ ਚੀਜ਼ ਨੂੰ ਜਾਣਨ ਦੇ ਲਈ ਮੈਂ ਕਾਫੀ ਸਮਾਂ ਲਗਾਇਆ ਸੀ ਪਹਿਲਾਂ, ਹੈ ਨਾ, ਵੀ ਕਿੱਥੇ ਲੈ ਕੇ ਜਾਈਏ, ਵੀ ਜਦੋਂ ਇਹੋ ਜਿਹਾ ਇਕੱਲਾ ਰਹਿ ਗਿਆ ਘਰ ਦੇ ਵਿੱਚ, ਬੰਦਾ ਕੋਈ ਤੜਫ ਰਿਹਾ ਰੋਲ ਰਿਹਾ, ਜਿਹਦੀ ਮਾਨਸਿਕ ਸਿਹਤ ਠੀਕ ਨਹੀਂ, ਆਪਣੀ ਸੰਭਾਲ ਤੋਂ ਲਾਚਾਰ ਹੋ ਗਿਆ, ਮੁਤਾਜ ਹੋ ਗਿਆ, ਜਾਂ ਕੁਝ ਪਰੇਸ਼ਾਨੀਆਂ ਕਰਕੇ ਹੈ ਨਾ ਡਿਪਰੈਸ਼ਨ ਤੋਂ ਪੀੜਤ ਹੋ ਗਿਆ, ਸੜਕਾਂ 'ਤੇ ਰੋਣ ਲੱਗ ਗਿਆ, ਇਹ ਸੋਚ ਕੇ ਤੁਰਦਾ ਕਿ ਆਪਣੇ ਘਰ ਨੂੰ ਜਾ ਰਿਹਾ ਹੈ ਨਾ, ਕੋਈ ਡਿਮੈਂਸ਼ੀਆ ਦੇ ਕਾਰਨ, ਕਿਸੇ ਦੇ ਘਰ ਟ੍ਰੈਜਡੀ ਹੋ ਗਈ, ਕੋਈ ਇਨਜਸਟਿਸ, ਕੋਈ ਟਾਰਚਰ, ਹੈ ਨਾ, ਕੋਈ ਨਹੀਂ ਰਿਹਾ ਕਿਸੇ ਦਾ, ਹੈ ਨਾ, ਜਾਂ ਬੱਚੇ ਇਹ ਜਿਹੇ ਯਤੀਮ, ਜਾਂ ਕਈਆਂ ਆਪਣਿਆਂ ਨੇ ਵੀਰਾਂ ਥਾਵਾਂ 'ਤੇ ਛੱਡਤਾ, ਵਾਰਸਾਂ ਦੇ ਲਵਾਰਸ ਹੋ ਗਏ, ਹੈ ਨਾ, ਅਤੇ ਉਹ ਦੱਸਣ ਦੇ ਵੀ ਸਮਰੱਥ ਨਹੀਂ ਰਹੇ। ਐਸੇ ਬਹੁਤ ਸਾਰੇ ਸਾਥੀ ਜਦੋਂ ਮਿਲੇ ਅਤੇ ਅਸੀਂ ਕੋਸ਼ਿਸ਼ ਕੀਤੀ, ਅਤੇ ਫਿਰ ਉਹ 'ਚ ਦੇਖਿਆ ਕਿ ਸਾਡੇ ਇੱਕ ਹਸਪੀਟਲ ਹੈਗਾ ਅੰਮ੍ਰਿਤਸਰ, ਜਿਹੜਾ ਮਾਨਸਿਕ ਰੋਗਾਂ ਤੋਂ ਪੀੜਤ ਨਾਗਰਿਕ ਲਈ ਬਣਿਆ ਹੋਇਆ, ਅਤੇ ਉਹਦੀ ਕਪੈਸਿਟੀ 350 ਸੀ, 350 ਬੈੱਡ, ਅਤੇ ਇਹ 2012 ਤੋਂ ਪਹਿਲਾਂ ਦੀ ਗੱਲ ਹੈ। ਅਤੇ ਅਸੀਂ ਜਦੋਂ ਦੇਖੀਆਂ ਫਿਗਰਸ ਵੀ ਮੈਂਟਲ ਇਲਨੈਸ ਹੈ ਕਿੰਨੀ ਹੈ, ਉਹਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਆ ਗਈ। ਜਿਵੇਂ ਆਪਾਂ ਗੱਲ ਕਰਦੇ ਸੀ ਵੀ ਛੱਡੋ ਸਾਰੀਆਂ ਫਿਗਰਾਂ, ਕੋਈ 15% ਕਹਿੰਦਾ, ਕੋਈ ਕਿੰਨੇ ਕਹਿੰਦਾ, ਕੋਈ 14 ਕਹਿੰਦਾ, ਕੋਈ 20 ਕਹਿੰਦਾ, ਹੈ ਨਾ, ਵੀ ਜੇ ਲਾਈਕ ਆਪਾਂ ਗੱਲ ਕਰਦੇ ਸੀ ਵੀ ਜੇ 1% ਵੀ ਲਗਾ ਲਈਏ 2 ਕਰੋੜ ਦਾ, ਤਾਂ ਵੀ ਮਤਲਬ ਉਹ 2 ਲੱਖ ਹੋ ਗਏ ਜਿਹਨਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਹੈ ਤੁਰੰਤ, 2 ਲੱਖ ਲੋਕ। ਅਤੇ ਬੈੱਡ ਕਿੰਨੇ ਉੱਥੇ? 350 ਬੈੱਡ ਹੈ। ਅਤੇ ਉਹ ਹੈ ਕਿੰਨੀਆਂ ਸਟੇਟਾਂ ਨੂੰ ਡੀਲ ਕਰਦਾ? ਜਿਵੇਂ PGI ਜਿਹੜੀ ਹੈਗੀ ਹੈ ਨਾ, ਇਕੱਲੇ ਚੰਡੀਗੜ੍ਹ ਲਈ ਨਹੀਂ ਹੈਗੀ, ਹਾਂ, PGI ਜਿਹੜੀ ਹੈ ਹਿਮਾਚਲ ਦੇ ਕੇਸਾਂ ਨੂੰ ਵੀ ਦੇਖਦੀ ਹੈ, ਹਰਿਆਣੇ ਦਿਆਂ ਨੂੰ ਵੀ ਦੇਖਦੀ ਹੈ, ਰਾਜਸਥਾਨ ਨੂੰ ਵੀ ਦੇਖਦੀ ਹੈ, ਪੰਜਾਬ ਦਿਆਂ ਨੂੰ ਵੀ ਦੇਖਦੀ ਹੈ, ਠੀਕ ਹੈ। ਇਸ ਤਰੀਕੇ ਨਾਲ ਚੰਡੀਗੜ੍ਹ, ਅਤੇ ਇਹ ਜਿਸ ਤਰੀਕੇ ਨਾਲ ਇਹ ਦੇਖਦੀ ਹੈ, ਇੱਦਾਂ ਹੀ ਹਸਪੀਟਲ ਜਿਹੜਾ ਸਾਡਾ ਨਾ ਮੈਂਟਲ ਹਸਪੀਟਲ, ਉਹ 5 ਸਟੇਟਾਂ ਨੂੰ ਡੀਲ ਕਰਦਾ। ਜੰਮੂ ਕਸ਼ਮੀਰ ਨੂੰ ਵੀ ਕਰਦਾ, ਹਿਮਾਚਲ ਦੇ ਕੇਸਾਂ ਲਈ ਵੀ ਉਹੀ ਹੈ, ਹਰਿਆਣੇ ਦੇ ਕੇਸਾਂ ਲਈ ਵੀ ਉਹੀ ਹੈ, ਚੰਡੀਗੜ੍ਹ ਦੇ ਕੇਸਾਂ ਲਈ ਵੀ ਉਹੀ ਹੈ, ਪੰਜਾਬ ਦੇ ਕੇਸਾਂ ਲਈ ਵੀ ਉਹੀ ਹੈ। ਅਤੇ ਬੈੱਡ ਕਿੰਨੇ? 350। ਅਤੇ ਹੁਣ ਮਤਲਬ ਜੇ ਤਾਂ ਆਪਾਂ ਨੇ ਕਹਿ ਲਓ ਵੀ ਆਪਣੇ ਭੁਲੇਖੇ ਨਾਲ ਹੀ ਗੱਲ ਕਰਨੀ ਹੈ, ਉਹ ਤਾਂ ਭੁਲੇਖੇ 'ਚੋਂ ਹੁਣ ਨਿਕਲ ਜਾਣਾ ਚਾਹੀਦਾ ਆਪਾਂ ਨੂੰ, ਕਿ ਜਿਸ ਦੇਸ਼ ਦੇ ਵਿੱਚ, ਜਿਸ ਸਟੇਟ ਦੇ ਵਿੱਚ ਇੰਨੀ ਡਿਪਰੈਸ਼ਨ ਜਿਹੜੀ ਹੈਗੀ ਵਧੀ ਹੋਈ ਹੋਵੇ, ਔਰ ਉੱਥੇ ਫਿਰ ਇਹਦੇ ਲਈ ਕੋਈ ਹੈਲਪਲਾਈਨ ਇੱਦਾਂ ਦੀ ਜਿਹੜੀ ਕਿ ਹੈਲਪਫੁਲ ਹੋ ਸਕੇ, ਜਾਂ ਕੋਈ ਐਸੀ ਜਿਵੇਂ ਮੈਂਟਲ ਹੈਲਥ ਐਕਟ 1987 ਦਾ ਬਣਿਆ, ਲਗਭਗ 35 ਸਾਲ ਹੋ ਗਏ, 35 ਸਾਲ ਪਹਿਲਾਂ ਐਕਟ ਬਣਿਆ, ਕਿੰਨੇ ਲੋਕ ਮਤਲਬ ਜਾਨਾਂ ਗਵਾ ਚੁੱਕੇ ਹੋਣਗੇ, ਹੈ ਨਾ, ਹਰ ਰੋਜ਼ ਕਿੰਨਾ ਮਤਲਬ ਸੁਸਾਈਡ ਰੇਟ ਹੈਗਾ। ਇਹ ਤਾਂ ਤੁਸੀਂ ਨੈੱਟ 'ਤੇ ਪਾਓਗੇ ਤੁਹਾਨੂੰ ਪਤਾ ਲੱਗ ਸਕਦਾ ਹੈ ਵੀ ਕਿੰਨੇ % ਲੋਕ ਸੁਸਾਈਡ ਕਰ ਲੈਂਦੇ ਆ। ਅਤੇ ਉਸ ਦੇ ਵਿੱਚ ਆਪਾਂ ਦੇਖੀਏ 35 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਸਾਨੂੰ ਇਹਦੇ ਲਈ ਕੋਈ ਬੋਰਡ, ਕੋਈ ਐਸੀ ਅਥਾਰਟੀ ਜਿਹਨੂੰ ਜਾ ਕੇ ਅਸੀਂ ਇਹ ਪ੍ਰੋਬਲਮ ਦੱਸ ਸਕੀਏ, ਅੱਜ ਤੱਕ ਨਹੀਂ ਸਾਨੂੰ ਦਿਖ ਰਹੀ ਜੀ। ਕੋਈ ਡੈਜ਼ਿਗਨੇਟਿਡ ਟੀਮ ਹੈ ਨਾ, ਅਤੇ ਜਿਹਦੇ ਵਿੱਚ ਅਸੀਂ ਬਹੁਤ ਦੇਰ ਤੋਂ ਡਿਮਾਂਡ ਕਰਦੇ ਆ ਰਹੇ ਸੀ ਕਿ ਬਿਨਾਂ ਸ਼ਰਤ ਐਂਬੂਲੈਂਸ ਜਿਹੜੀ ਹੈ ਨਾ, ਵੀ ਸਾਡੇ ਡਿਪਰੈਸ਼ਨ 'ਚ ਗਏ ਹੋਏ ਸਾਥੀ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ, ਇਹਨਾਂ ਨੂੰ ਚੱਕੇ ਬਿਨਾਂ ਸ਼ਰਤ ਹਸਪੀਟਲ ਰਿਸੀਵ ਕਰੇ। ਪਰ ਹਾਲਾਤ ਕੀ ਹੈ, ਐਂਬੂਲੈਂਸ ਨਾ ਇਹਨਾਂ ਨੂੰ ਚੱਕੇ, ਹਸਪੀਟਲ ਨਾ ਇਹਨਾਂ ਦੀ ਬਾਤ ਪੁੱਛੇ। ਹਾਲਾਤ ਐਸੇ ਬਣੇ ਹੋਏ ਕਿਉਂਕਿ ਉਹ ਕਹਿੰਦੇ ਹਸਪੀਟਲ ਕਿ ਇਹਨਾਂ ਦੇ ਨਾਲ ਕੋਈ ਹੈ ਨਹੀਂ, ਅਸੀਂ ਕੀ ਕਰ ਸਕਦੇ ਹਾਂ, ਮਤਲਬ ਆਪਣੇ ਹੀ ਦੇਸ਼ ਦੇ ਵਿੱਚ ਲਵਾਰਸ ਹੋ ਗਏ। ਇਹ ਬਹੁਤ ਮੈਂ ਤੁਹਾਡੇ ਥਰੂ ਬੇਨਤੀ ਕਰਨੀ ਚਾਹੁੰਦਾ ਵੀ ਸਾਡੇ ਮੈਂਟਲ ਹੈਲਥ ਤੋਂ ਪੀੜਤ ਜਿੰਨੇ ਵੀ ਨਾਗਰਿਕ ਹੈਗੇ ਹੈ, ਇਹਨਾਂ ਨੂੰ ਬਿਨਾਂ ਸ਼ਰਤ, ਭਾਵੇਂ ਉਹ ਆਪਣੇ ਘਰ ਦੇ ਵਿੱਚ ਹੈ ਅਤੇ ਕੋਈ ਕੋਠੀ ਦੇ ਵਿੱਚ ਪਿਆ ਇਕੱਲਾ ਰਹਿ ਗਿਆ, ਬਹੁਤ ਸਾਰੇ ਕੇਸ ਹੈ, ਮੈਂ ਆਪਣੀ ਹੱਡ ਬੀਤੀਆਂ ਦੱਸਾਂ ਤਾਂ ਬਹੁਤ ਸਾਰੇ ਨਾਗਰਿਕ ਐਸੇ ਜਿਨ੍ਹਾਂ ਦੇ ਕੋਲ ਬਹੁਤ ਵੱਡੀਆਂ ਕੋਠੀਆਂ, ਉਹਨਾਂ ਦੀ ਕੋਠੀ ਦੀ ਕੀਮਤ 7 ਕਰੋੜ ਤੋਂ ਉੱਪਰ ਹੋਏਗੀ, ਅਤੇ ਨਾਲ ਵੀ ਬਹੁਤ ਬ੍ਰਿਗੇਡੀਅਰ ਰਹਿੰਦੇ ਕਿਧਰੇ ਲਾਗੇ ਸਾਹਮਣੇ ਮਿਨਿਸਟਰ ਦੀ ਕੋਠੀ ਸੈਂਟਰ ਵਾਲੇ ਦੀ, ਅਤੇ ਪਰ ਉਹ ਅੰਦਰ ਰੋਟੀ ਨੂੰ ਕੁਰਲਾ ਰਹੇ। ਅਤੇ ਅਲੱਗ-ਅਲੱਗ ਜਗ੍ਹਾ ਤੋਂ ਇੱਦਾਂ ਦੇ ਕੇਸ 7 ਫੇਸ ਦੇ ਵਿੱਚੋਂ ਸਾਨੂੰ ਜਦੋਂ ਪਤਾ ਲੱਗਿਆ, ਉੱਥੇ ਗਏ, ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕਰ ਲਈ ਹੈਗੀ ਹੈ, ਅਤੇ
ਕਹਿੰਦੇ ਅਸੀਂ ਟਿਫਨ ਲਾਇਆ ਹੋਇਆ ਸੀ, ਕਹਿੰਦੇ ਮੇਰਾ ਕਲਾਸਮੇਟ ਹੈਗਾ, ਅਸੀਂ ਪੈਕ 'ਚ ਇਕੱਠੇ ਪੜ੍ਹਦੇ ਸੀ, ਕਹਿੰਦੇ ਉਹਨਾਂ ਨੇ ਕੁਛ ਦਿਨ ਲਈ ਅੰਦਰ ਰੋਟੀ ਲੈ ਕੇ ਗਏ ਹੈ, ਕਹਿੰਦੇ ਹੁਣ ਉਹਨਾਂ ਨੂੰ ਕੋਈ ਟਿਫਨ ਲੈ ਕੇ ਅੰਦਰ ਨਹੀਂ ਜਾ ਰਿਹਾ ਕਿ ਸਮੈਲ ਬਹੁਤ ਆ ਰਹੀ ਹੈ, ਪੈਰਾਲਾਈਸਿਸ ਹੋਇਆ ਹੋਇਆ, ਵਿਚਾਰਾ ਟਾਇਲਟ ਤੱਕ ਨਹੀਂ ਜਾ ਸਕਦਾ, ਅਤੇ ਸਭ ਕੁਛ ਉੱਥੇ ਹੀ ਪਾਸ ਕਰੀ ਜਾਂਦਾ। ਮਤਲਬ ਬਹੁਤ ਤਰ੍ਹਾਂ ਦੇ ਕੇਸ ਹੈਗੇ ਆ, ਕੋਈ ਇੱਕ ਤਰ੍ਹਾਂ ਦਾ ਕੇਸ ਨਹੀਂ। ਜਦੋਂ ਗਏ ਹਾਂ ਅਸੀਂ, ਤਾਂ ਅਸੀਂ ਵੀ ਪੁੱਛਿਆ ਵੀ ਅਸੀਂ ਕੀ ਹੈਲਪ ਕਰ ਸਕਦੇ ਹਾਂ, ਕਹਿੰਦੇ ਸਾਈਨਾਈਡ ਦੇ ਮੇਰੀ ਮੌਤ ਹੋ ਜਾਏ। ਕੋਈ ਕਿਸੇ ਤਰ੍ਹਾਂ ਬੋਲਦਾ, ਕੋਈ ਕਹਿੰਦਾ ਟੋਆ ਪੱਟ ਲੈ ਅਤੇ ਮੈਨੂੰ ਦੱਬ ਦੇ, ਹੈ ਨਾ। ਮਤਲਬ ਕੋਠੀਆਂ ਸਭ ਕੁਛ ਇੰਨਾ ਕੁਛ ਹੈਗਾ, ਅਤੇ ਪੈਸਾ ਹੈਗਾ, ਬਹੁਤ ਕੁਛ ਹੈਗਾ, ਅਤੇ ਉਹਨਾਂ ਦੀ ਉਸ ਵੇਲੇ ਫੈਮਿਲੀ ਦੇ ਵਿੱਚ ਮਦਰ ਫਾਦਰ ਜੀਵਨ ਸਾਥੀ ਨਹੀਂ ਰਿਹਾ, ਇਕੱਲੀ ਬੱਚੀ ਸੀ, ਉਹਨੇ ਇਗਨੋਰ ਕਰ ਦਿੱਤਾ, ਹਾਲਾਤ ਐਸੇ ਬਣ ਗਏ ਸੀ। ਅਤੇ ਮੇਰਾ ਕਹਿਣ ਦਾ ਮਤਲਬ ਵੀ ਕੋਈ ਐਸੀ ਹੈਲਪਲਾਈਨ ਜਿਹੜੀ ਕਿ ਤੁਰੰਤ ਉਹਨਾਂ ਨੂੰ ਹੈਲਪ ਰਿਜ਼ਲਟ ਕੋਈ ਸੋਲਿਊਸ਼ਨ ਦੇ ਸਕੇ, ਹੌਸਪੀਟਲ ਸ਼ਿਫਟ ਕਰ ਸਕੇ, ਅਤੇ ਹੌਸਪੀਟਲ ਉਹਨੂੰ ਰਿਸੀਵ ਕਰ ਲਵੇ ਅਤੇ ਉਹਦੀ ਡਾਇਗਨੋਸ ਕਰਕੇ ਉਹਨੂੰ ਟਰੀਟਮੈਂਟ 'ਤੇ ਪਾ ਦੇਵੇ, ਤਾਂ ਕਿ ਉਹਨੂੰ ਰੀਹੈਬਲੀਟੇਸ਼ਨ ਦਾ ਮੌਕਾ ਤਾਂ ਮਿਲ ਸਕੇ। ਦੇਸ਼ ਦਾ ਨਾਗਰਿਕ ਹੈ, ਇਹਨਾਂ ਦਾ ਕੋਈ ਵੱਖ ਨਹੀਂ ਕਿੱਸਾ, ਬਸਟ ਵਿੱਚ ਤਾਂ ਇਹਨਾਂ ਦਾ ਵੀ ਹਿੱਸਾ ਨਾ, ਇਹ ਵੀ ਤਾਂ ਸਾਡੀ ਸਟੇਟ ਦੇ ਜਾਏ ਹੈ, ਇਹ ਫਿਰ ਤੁਹਾਨੂੰ ਕਿਉਂ ਨਹੀਂ ਚੇਤੇ ਆਏ? ਮਤਲਬ ਇਹ ਤਾਂ ਹੁਣ ਵਾਇਸਲੈਸ ਹੋ ਚੁੱਕੇ ਜੇਕਰ, ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਡੇ ਦੇਸ਼ ਦੇ ਵਿੱਚ ਅੱਜ ਵੀ ਕੁਝ ਵੀ ਖਾਂਦੇ ਪੀਂਦੇ ਪਹਿਨਦੇ ਆ, ਇਹ ਅੱਜ ਵੀ ਟੈਕਸ ਜਾ ਰਿਹਾ। ਇਹ ਬਿਲਡਿੰਗਾਂ ਬਣਾਈਆਂ, ਕਿੰਨਾ ਟੈਕਸ, ਹੁਣ ਸਰੀਆ ਆ ਰਿਹਾ, ਕਿੰਨਾ ਟੈਕਸ, ਲੱਖਾਂ ਦਾ ਟੈਕਸ, ਕੋਈ ਵੀ ਆ ਫਰਸ਼ ਟਾਇਲ ਲਗਾਉਣੀ, ਕਿੰਨਾ ਟੈਕਸ, ਜਿਹੜੀ ਵੀ ਚੀਜ਼ ਲੈ ਕੇ ਆ ਰਹੇ ਆ ਇੰਨਾ ਟੈਕਸ। ਇਹਨਾਂ ਦੇ ਕੰਮਾਂ ਦੇ ਲਈ ਜੋ ਵੀ ਇੱਥੇ ਕੰਮ ਚੱਲ ਰਿਹਾ, ਰੋਜ਼ ਦਾ ਭਾਵੇਂ 2 ਲੱਖ ਦਾ ਖਰਚ ਹੁੰਦਾ, ਅਤੇ ਉਹਦੇ ਪਰ ਗੌਰਮੈਂਟ ਨੂੰ ਕਿੰਨਾ ਟੈਕਸ ਜਾ ਰਿਹਾ। ਪਰ ਇਹਨਾਂ ਦੇ ਲਈ ਇਹ ਦੇਸ਼ ਦੇ ਨਾਗਰਿਕ ਜਿਵੇਂ ਮਾਂ-ਬਾਪ ਕਿੰਨਾ ਮਤਲਬ ਧਿਆਨ ਰੱਖਦਾ ਆਪਣੇ ਉਸ ਕਮਜ਼ੋਰ ਬੱਚੇ ਲਈ, ਜਿਹੜਾ ਆਪਣੀ ਸੰਭਾਲ ਆਪ ਨਹੀਂ ਕਰ ਪਾਉਂਦਾ। ਪਰ ਇਸੇ ਤਰੀਕੇ ਨਾਲ ਸਾਡੇ ਦੇਸ਼ ਦੇ ਮੁਖੀਆ, ਸਾਡੇ ਸਟੇਟ ਦੇ ਮੁਖੀਆ, ਉਹਨਾਂ ਦੀ ਡਿਊਟੀ ਕੋਈ ਵੱਖਰੀ ਤਾਂ ਨਹੀਂ ਹੈਗੀ, ਕਿਉਂਕਿ ਲੋਕਤੰਤਰ ਦੇਸ਼ ਹੈ। ਕਿਉਂਕਿ ਇਹ ਜਿਹੜਾ ਲੋਕਾਂ ਦੀ ਸਰਕਾਰ ਹੈ ਨਾ, ਲੋਕਾਂ ਦੁਆਰਾ ਸਰਕਾਰ ਹੈ ਨਾ, ਲੋਕਤੰਤਰ ਹੈ ਨਾ, ਅਤੇ ਫਿਰ ਇਹਨਾਂ ਲੋਕਾਂ ਲਈ ਕੋਵਿਡ ਦੇ ਵਿੱਚ ਇੱਕ ਵੀ ਵਾਰਡ ਕਿਉਂ ਨਹੀਂ ਬਣੀ? ਇਹ ਬਹੁਤ ਵੱਡੇ ਜਿਹੜੇ ਆ ਮੁੱਦੇ ਆ, ਮੈਨੂੰ ਲੱਗਦਾ ਵੀ ਇਹ ਗੌਰਮੈਂਟ ਨਾਲ ਜੁੜੇ ਹੋਏ ਆ। ਚਲੋ ਕਿਤੇ ਨਾ ਕਿਤੇ ਗੌਰਮੈਂਟ ਇਸ ਚੀਜ਼ ਵੱਲ ਧਿਆਨ ਦਊਗੀ ਵੀ, ਹੁਣ ਪਤਾ ਨਹੀਂ ਵੀ ਦਊਗੀ ਕਿ ਨਹੀਂ ਦਊਗੀ, ਇਹ ਵੀ ਸ਼ੋਰਟੀ ਮੈਂ ਦੇ ਨਹੀਂ ਸਕਦਾ। ਪਰ ਕੀ ਐਵੇਂ ਦਾ ਅਸੀਂ ਜੇ ਆਪਣੇ ਘਰ ਤੋਂ ਸ਼ੁਰੂ ਕਰੀਏ ਵੀ ਆਪਣੇ ਮੋਰਲ ਡਿਊਟੀਜ਼ ਹੁੰਦੀਆਂ ਵੀ, ਜਿਹੜੀ ਮੋਰਲ ਵੈਲਿਊਜ਼ ਜਿਹੜੀਆਂ ਅਸੀਂ ਬੱਚੇ ਨੂੰ ਸ਼ੁਰੂ ਤੋਂ ਲੈ ਕੇ ਸਮਝਾਉਣੇ ਆ, ਕਿਉਂਕਿ ਵੱਡੇ ਹੋ ਕੇ ਉਹ ਇੱਦਾਂ ਦਾ ਫੈਸਲਾ ਨਾ ਕਰਨ ਕਿ ਸਾਨੂੰ ਇਗਨੋਰ ਕਰ ਦੇਣ। ਮਤਲਬ ਜਿਹੜੇ ਕਾਰਨ ਬਣਦੀ ਜੀ, ਡਿਪਰੈਸ਼ਨ ਦਾ ਕਾਰਨ ਬਣਦੇ ਆ ਜੀ, ਉਹ ਪਹਿਲੀ ਸਟੇਜ ਹੋ ਗਈ, ਜਾਂ ਜਵਾਨੀ ਹੋ ਗਈ, ਜਾਂ ਬੁਢਾਪਾ ਹੋ ਗਿਆ। ਅਤੇ ਜਿਹੜਾ ਡਿਪਰੈਸ਼ਨ ਆ, ਇਹਦੀਆਂ ਸਟੇਜਾਂ ਜਿਹੜੀਆਂ ਵੱਖ-ਵੱਖ ਨੇ, ਹੈ ਨਾ, ਆਪ ਜੀ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ। ਸੋ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਦੱਸੋ ਕਿ ਜਿਹੜਾ ਡਿਪਰੈਸ਼ਨ ਆ ਉਹਨੂੰ ਸ਼ੁਰੂ ਦੇ ਵਿੱਚ ਡਿਟੈਕਟ ਕੀਤਾ ਜਾ ਸਕਦਾ ਕਿ ਬਾਅਦ ਦੇ ਵਿੱਚ ਜਿਹੜੀ ਮੈਂਟਲੀ ਇਲਨੈਸ ਜਿਹੜੀ ਬਾਅਦ 'ਚ ਆਉਂਦੀ ਆ, ਜਾਂ ਸ਼ੁਰੂ ਤੋਂ ਆਉਂਦੀ ਆ, ਜਾਂ ਬਾਅਦ ਦੇ ਵਿੱਚ ਇਹ ਠੀਕ ਹੋ ਸਕਦੀ ਆ, ਜਾਂ ਇਹ ਲਾਇਲਾਜ ਆ, ਇਹ ਹੋ ਹੀ ਨਹੀਂ ਸਕਦੀ। ਕੀ ਹੈ ਜੀ, ਮਾੜਾ ਥੋੜ੍ਹਾ ਜਿਹਾ ਚਾਨਣਾ ਪਾਓ, ਕਿਉਂਕਿ ਤੁਸੀਂ ਇਸ ਚੀਜ਼ ਨਾਲ ਡੀਲ ਕਰਦੇ। ਨਹੀਂ, ਨੈਚੁਰਲੀ ਚਲੋ ਬਾਕੀ ਤਾਂ ਐਕਸਪਰਟ ਹੀ ਦੱਸ ਸਕਦੇ ਹੈਗੇ ਆ, ਅਸੀਂ ਤਾਂ ਆਪਣਾ ਤਜਰਬੇ ਦੇ ਆਧਾਰ 'ਤੇ ਗੱਲ ਕਰ ਸਕਦੇ ਹਾਂ। ਕਿਉਂਕਿ ਜਿਵੇਂ ਫਿਜ਼ੀਕਲ ਹੈਲਥ ਹੈ ਨਾ ਸਾਡੀ, ਸਰੀਰਕ ਸਿਹਤ, ਇਸ ਤਰ੍ਹਾਂ ਹੀ ਸਾਡੀ ਜਿਹੜੀ ਮੈਂਟਲ ਹੈਲਥ ਹੈ, ਉਹਦੇ 'ਚ ਇੱਕ ਤਾਂ ਮੈਂਟਲ ਇਲਨੈਸ ਆ ਗਈ। ਮੈਂਟਲ ਇਲਨੈਸ ਜਿਹੜੀ ਆ ਉਹ ਕਿਉਰੇਬਲ ਹੈ, ਇੱਕ ਡਿਜ਼ੀਜ਼ ਹੈ ਜੀ। ਇੱਕ ਹੁੰਦਾ ਇੰਟੈਲੈਕਚੁਅਲ ਡਿਸੇਬਿਲਿਟੀ, ਜਿਹਨੂੰ ਅਸੀਂ ਮਾਨਸਿਕ ਪੱਖੋਂ ਕਮਜ਼ੋਰ ਕਹਿੰਦੇ ਹਾਂ, ਮਾਨਸਿਕ ਵਿਕਲਾਂਗਤਾ ਕਹਿੰਦੇ ਹਾਂ। ਬਾਈ ਬੋਰਨ, ਹਾਂ ਬਿਲਕੁਲ। ਇਹ ਮਤਲਬ ਬਰਥ ਜਿਹੜੀ ਹੈ ਨਾ, ਉਸ ਵੇਲੇ ਹੀ ਕੁਛ ਕਮੀ ਰਹਿ ਜਾਂਦੀ ਹੈ, ਜਿਸ ਕਰਕੇ ਫਿਰ ਉਹ ਜਿਵੇਂ ਸਰੀਰ ਡਿਵੈਲਪ ਹੁੰਦਾ ਹੈ, ਪਰ ਬ੍ਰੇਨ ਜਿਹੜਾ ਹੈਗਾ ਉਹ ਉਸ ਦੇ ਨਾਲ ਨਹੀਂ ਡਿਵੈਲਪ ਹੁੰਦਾ, ਜਿਸ ਕਰਕੇ ਫਿਰ ਉਸ ਬੱਚੇ ਦੀ ਜਿਹੜੀ ਹੈ ਸਮਝਣ ਦੀ ਸ਼ਕਤੀ ਥੋੜ੍ਹੀ ਉਹ ਘੱਟ ਰਹਿ ਜਾਂਦੀ ਹੈ। ਇਹਨਾਂ ਦੀ ਗਿਣਤੀ ਵੀ ਲਗਭਗ 3% ਹੈ। ਅੱਛਾ ਜੀ, 3%। ਹੁਣ 3% ਲਗਭਗ 3 ਕਰੋੜ ਦੀ ਆਬਾਦੀ ਹੋਣੀ ਆ ਇੱਕ ਸਟੇਟ ਦੀ, ਆਪਣੀ ਪੰਜਾਬ ਦੀ। 3% ਕਿੰਨੇ ਹੋ ਗਏ? 9 ਲੱਖ। 9 ਲੱਖ ਲੋਕ ਜਿਹੜੇ ਇੰਟੈਲੈਕਚੁਅਲੀ ਡਿਸਆਰਡਰ ਵੀਕ ਹੈ, ਜਿਨ੍ਹਾਂ ਨੂੰ ਸਹਾਰੇ ਦੀ ਲੋੜ ਪੈਂਦੀ ਹੈ। ਸਰ ਇਹ ਬਹੁਤ ਵੱਡਾ ਅੰਕੜਾ ਤੁਸੀਂ ਦੱਸ ਰਹੇ ਹੋ। ਇਹ ਮੈਂ ਉਹੀ ਬੇਨਤੀ ਕਰਦਾ ਵੀ ਇਹ ਇਸ ਤੋਂ ਵੀ ਕਿਤੇ ਜ਼ਿਆਦਾ ਹੋਣਾ ਹੈ, ਕਿਉਂਕਿ ਜੋ ਨੋਟਿਸ ਵਿੱਚ ਆ ਚੁੱਕਿਆ, ਤੁਸੀਂ ਗੂਗਲ ਕਰਕੇ ਦੇਖ ਲਓ। ਅਤੇ ਜੇ ਆਪਾਂ ਮਤਲਬ ਇਹ ਮੰਨਦੇ ਹਾਂ ਕਿ 3% ਹੈ, ਚਲੋ 2% ਤੁਸੀਂ ਲਾ ਲਓ, ਉਹ ਵੀ ਬਹੁਤ ਆ, ਠੀਕ ਹੈ, ਤਾਂ ਵੀ 6 ਲੱਖ ਲੋਕ ਹੋ ਗਏ। ਹੁਣ ਇਹ ਭਾਵੇਂ ਜਿੰਨੀ ਮਰਜ਼ੀ ਉਮਰ ਹੋਵੇ, 20 ਸਾਲ ਹੋ ਜਾਵੇ, 30 ਸਾਲ ਹੋ ਜਾਵੇ, 40 ਸਾਲ ਹੋ ਜਾਵੇ, ਮਾਂ ਬਾਪ ਨੇ ਤਾਂ ਇੱਕ ਦਿਨ ਜਾਣਾ ਹੀ ਹੈ। ਅਤੇ ਜਦੋਂ ਮਾਂ ਬਾਪ ਚਲੇ ਗਏ, ਉਸ ਤੋਂ ਬਾਅਦ ਉਹ ਲੜਕਾ ਅਤੇ ਲੜਕੀ ਕਿਹਦੇ ਹਵਾਲੇ ਕਰਕੇ ਜਾਣ? ਉਹ
ਇਹ ਸਵਾਲ ਖੜਾ ਹੈ ਜਿਹਦਾ ਜਵਾਬ ਨਹੀਂ ਮਿਲਦਾ। ਭੈਣ ਕਹਿੰਦੀ ਮੈਂ ਨਹੀਂ ਕਰ ਸਕਦੀ, ਆਪਣੇ ਸਹੁਰੇ ਪਰਿਵਾਰ 'ਚ ਲੈ ਕੇ ਜਾ ਸਕਦੀ। ਭਰਾ ਕਹਿੰਦਾ ਮੇਰੇ ਤੋਂ ਤਾਂ ਆਪਣਾ ਪਰਿਵਾਰ ਨਹੀਂ ਚੱਲਦਾ ਤੇ ਮੈਂ ਕਿਵੇਂ ਸੰਭਾਲਾਂ। ਅੱਜ ਕੱਲ੍ਹ ਤਾਂ ਮਾਂ-ਬਾਪ ਨੂੰ ਸੰਭਾਲਣ ਲੱਗਿਆ ਵੀ ਮੁਸ਼ਕਲਾਂ ਆ ਰਹੀਆਂ ਵਿਰਲਿਆਂ ਨੂੰ ਛੱਡ ਕੇ। ਪਹਿਲਾਂ ਜਿਹੜੇ ਹੁੰਦੇ ਸੀ ਪਰਿਵਾਰ ਜਿਹੜੇ ਸੀ, ਅੱਜ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਕਰੀਏ, 40 ਸਾਲ ਪਹਿਲਾਂ ਦੀ ਗੱਲ ਕਰੀਏ, ਵੀ ਪਰਿਵਾਰ ਇਕੱਠੇ ਹੁੰਦੇ ਸੀ। ਜੁਆਇੰਟ ਫੈਮਿਲੀ ਸਟਰਕਚਰ ਇੱਦਾਂ ਦਾ ਸੀ ਨਾ, ਕਿਸੇ ਨੂੰ ਵੀ ਕੋਈ ਸਰੀਰਕ ਕਰਕੇ ਕੋਈ ਹੋਰ ਤਰ੍ਹਾਂ ਦੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਆ ਜਾਂਦੀ ਸੀ ਨਾ, ਉਹਨੂੰ ਸੰਭਾਲ ਲੈਂਦੇ ਸੀ। ਕੋਈ ਮਾਨਸਿਕ ਸਰੀਰਕ ਸਿਹਤ ਖਰਾਬ ਹੋ ਗਈ, ਬੜੀ ਖੁਸ਼ੀ ਨਾਲ ਸੰਭਾਲ ਲੈਂਦੇ ਸੀ। ਪਰ ਅੱਜ ਕੱਲ੍ਹ ਸਟਰਕਚਰ ਇੰਨਾ ਬਦਲ ਗਿਆ ਕਿ ਜਿਹੜੀ ਫੈਮਿਲੀ ਦੀ ਸਪੋਰਟ ਸੀ ਬਹੁਤ ਜ਼ਿਆਦਾ ਘਟ ਗਈ, ਬੜੀ ਲਿਮਟਿਡ ਹੋ ਗਈ ਹੈ। ਹਾਲਾਤ ਹੀ ਐਸੇ ਬਣ ਗਏ, ਉਹਨਾਂ ਨੇ ਜੌਬ 'ਤੇ ਜਾਣਾ, ਪਿੱਛੇ ਫਿਰ ਉਹ ਜਿਹੜਾ ਵੀ ਲੋੜਵੰਦ ਆਪਣੇ ਪਰਿਵਾਰ ਦਾ ਮੈਂਬਰ ਹੈ ਉਹਦੇ ਵੱਲ ਧਿਆਨ ਨਹੀਂ ਦੇ ਪਾਉਂਦੇ। ਫਿਰ ਉਹਦੀ ਹਾਲਤ ਵਿਗੜ ਜਾਂਦੀ ਹੈ, ਉਹ ਗਲੀਆਂ 'ਚ ਆ ਜਾਂਦਾ, ਸਟਰੀਟ 'ਤੇ ਪਹੁੰਚ ਗਿਆ, ਹੁਣ ਉੱਥੇ ਰੋਲਣ ਲੱਗ ਗਿਆ। ਮਤਲਬ ਹਾਲਾਤ ਇਹੋ ਜਿਹੇ ਬਣ ਗਏ, ਕਹਿਣ ਦਾ ਮਤਲਬ ਵੀ ਸਰਕਾਰ ਦੀਆਂ ਵੀ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਅਤੇ ਸਾਨੂੰ ਆਪਣੇ ਵਿਅਕਤੀਗਤ ਤੌਰ 'ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ। ਪਰ ਇਹ ਸੰਸਥਾਵਾਂ ਜਿਹੜੀਆਂ ਹੋਣਗੀਆਂ ਨਾ, ਇਹ ਕੋਈ ਸਰਕਾਰ ਦਾ ਸਬਸਟੀਟਿਊਟ ਨਹੀਂ ਬਣ ਸਕਦੀਆਂ। ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਇੰਨੀ ਲੱਖ ਲੋਕ, ਫਿਰ ਉਹਦੇ 'ਚ ਅਥਾਰਟੀ, ਫਿਰ ਉਹਦੀ ਲੀਗਲ ਗਾਰਡੀਅਨਸ਼ਿਪ ਅਪੁਆਇੰਟ ਕਰਨਾ ਲੀਗਲ ਗਾਰਡੀਅਨ, ਕਿ ਮਾਂ-ਬਾਪ ਤੋਂ ਬਾਅਦ ਬੱਚੇ ਦਾ ਬਣੇਗਾ ਕੀ। ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ, ਲੱਖਾਂ ਦਾ ਮਤਲਬ ਲੱਖਾਂ ਹੀ ਹੈ, ਹਜ਼ਾਰਾਂ 'ਚ ਨਹੀਂ ਹੈ। ਅਤੇ ਫਿਰ ਇਸ ਤਰ੍ਹਾਂ ਮਾਨਸਿਕ ਰੋਗ ਆ, ਉਹਦੀ ਗਿਣਤੀ ਹੋਰ ਵੀ ਜ਼ਿਆਦਾ ਕਾਫੀ। ਅਤੇ ਸਰ ਜਿਵੇਂ ਕਿ ਤੁਸੀਂ ਆਪ ਜੀ ਨੇ ਜ਼ਿਕਰ ਕੀਤਾ ਵੀ ਹੌਸਪੀਟਲ ਜਿਹੜਾ ਹੈ ਨਾ ਆਪਾਂ ਸੰਸਥਾ ਵੱਲੋਂ ਬਣਾਇਆ ਗਿਆ, ਅਤੇ ਇਹ ਫਿਰ ਕਿੰਨੀ ਕੁ ਕਪੈਸਿਟੀ ਹੈ ਜੀ ਇਹਦੀ? ਵੀ ਕਈ ਇੱਦਾਂ ਦੇ ਪੇਸ਼ੈਂਟ ਆਉਂਦੇ ਨਹੀਂ ਕਿ ਜਿਵੇਂ ਵੀ ਉਹਨਾਂ ਨੂੰ ਤੁਹਾਨੂੰ ਮੋੜਨਾ ਪੈਂਦਾ ਜਾਂ ਬਹੁਤ ਦੁੱਖਦਾਈ ਹੁੰਦਾ ਵੀ ਜਦੋਂ ਹੈ ਨਾ ਆਪਣੇ ਕੋਲ ਕਪੈਸਿਟੀ ਫੁੱਲ ਆ ਤਾਂ ਕਿ ਜਾਂ ਉਹਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਇੱਦਾਂ ਕੋਈ ਟਰੀਟਮੈਂਟ ਦਾ ਹੈਗਾ ਸਮਾਧਾਨ ਕੋਈ? ਨਹੀਂ, ਸਾਡੇ ਵੱਲੋਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿਹਦੇ ਕੋਈ ਘਰ ਦੇ ਵਿੱਚ ਸੰਭਾਲਣ ਯੋਗਾ ਹੈਗਾ ਨਾ, ਇਹ ਹੈਗਾ ਵੀ ਜਿਹੜੇ ਵਿਚਾਰੇ ਘਰ ਦੇ ਰਸਤੇ ਭੁੱਲ ਕੇ ਸੜਕਾਂ 'ਤੇ ਰੁੜ ਰਹੇ, ਉਹਨਾਂ ਲਈ ਤਾਂ ਪ੍ਰਭ ਆਸਰਾ ਕੋਸ਼ਿਸ਼ ਕਰ ਰਿਹਾ। ਜਿਵੇਂ ਆਪਾਂ ਗੱਲ ਕਰਦੇ ਹਾਂ ਰਾਤ ਵੀ, ਇੱਕ ਔਰਤ ਜਦੋਂ ਕੋਈ ਦੇਖਿਆ ਹਾਲ ਹੀ ਕੋਈ ਨਹੀਂ ਹੈ, ਉਹਦੀ ਉਮਰ ਵੀ ਮੈਨੂੰ ਲੱਗਦਾ ਸ਼ਾਇਦ 35-40 ਸਾਲ ਦੀ ਹੋਣੀ ਹੈ, ਅਤੇ ਕੋਈ ਹੱਲ ਦਿਖ ਨਹੀਂ ਰਿਹਾ ਸੀ, ਅਤੇ ਉੱਪਰੋਂ ਹਨੇਰਾ ਵੀ ਹੋ ਗਿਆ, ਅਤੇ ਉੱਥੇ ਫਿਰ ਅਸੀਂ ਕਾਨੂੰਨ ਨੂੰ ਸਾਈਡ 'ਤੇ ਰੱਖ ਦਿੱਤਾ। ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦੋਂ ਕੋਈ ਹੱਲ ਨਹੀਂ ਦਿਖਦਾ, ਅਤੇ ਉਸ ਨੂੰ ਦੇਖਿਆ ਵੀ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੈ, ਉਹਨੂੰ ਅੰਦਰ ਮਤਲਬ ਕਹਿ ਲਓ ਵੀ ਐਡਮਿਸ਼ਨ ਕਰ ਦਿੱਤੀ। ਅਤੇ ਡਾਕਟਰ ਦੀ ਜੋ ਵੀ ਡਾਕਟਰ ਸਾਡੇ 24 ਘੰਟੇ ਹੁੰਦੇ ਹੀ ਹੈ, ਅਤੇ ਡਾਕਟਰ ਦੀ ਹੈਲਪ ਲੈ ਕੇ ਉਹਨੂੰ ਟਰੀਟਮੈਂਟ, ਸਵੇਰੇ ਫਿਰ ਦੇ ਟੈਸਟ ਸੀ ਸਾਰੇ ਟੈਸਟ ਕਰਾਉਣ ਵਾਸਤੇ ਅੱਜ ਸਵੇਰ ਦੇ ਉਹਦੇ ਟੈਸਟਿੰਗ 'ਤੇ ਲੱਗੇ ਹੋਏ ਆ। ਅਤੇ ਥੋੜ੍ਹਾ ਇਹ ਵੀ ਸੰਕੇਤ ਮਿਲਿਆ ਕਿ ਉਸ ਨਾਲ ਕਿਸੇ ਨੇ ਮਤਲਬ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹ ਕਹਿ ਰਹੀ ਸੀ ਮੈਨੂੰ ਵਿਚਾਰੀ ਨੂੰ ਮੁਸ਼ਕਿਲ ਆ ਰਹੀ ਸੀ ਦੱਸਣ ਲੱਗਿਆ ਵੀ। ਅਤੇ ਸਾਡਾ ਸਮਾਜ ਮਤਲਬ ਸਾਡੀ ਇਨਸਾਨੀਅਤ, ਸਾਡੇ ਅੰਦਰਲਾ ਇਨਸਾਨ ਕਿਸ ਹੱਦ ਤੱਕ ਖਤਮ ਹੋ ਚੁੱਕਿਆ ਹੈ। ਜਿਨ੍ਹਾਂ ਦੇ ਪ੍ਰਤੀ ਸਾਡੀਆਂ ਡਿਊਟੀਆਂ, ਸਾਡਾ ਫਰਜ਼ ਉਹਨਾਂ ਦੀ ਸਪੋਰਟ ਕਰਨਾ ਹੈ, ਉਹਨਾਂ ਨਾਲ ਜਦੋਂ ਅਸੀਂ ਇੰਨਾ ਜ਼ੁਲਮ ਕਰਦੇ ਹਾਂ ਤਾਂ ਫਿਰ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੀ ਇਨਸਾਨੀਅਤ, ਸਾਡੇ ਅੰਦਰਲਾ ਇਨਸਾਨ ਕਿਸ ਹੱਦ ਤੱਕ ਮਰ ਚੁੱਕਿਆ ਹੈ, ਕਿੰਨਾ ਖਤਰਨਾਕ ਇਹ ਦੋ ਲੱਤਾਂ ਵਾਲਾ ਜਾਨਵਰ ਹੋ ਚੁੱਕਿਆ ਹੈ। ਵੀ ਇਸ ਕਰਕੇ ਕੋਈ ਵੀ ਬੰਦਾ ਬਾਹਰ ਜਿਹੜਾ ਹੈ ਨਾ, ਮਤਲਬ ਐਸਾ ਦਾ ਸਿਸਟਮ ਚਾਹੀਦਾ ਹੈਗਾ ਕਮ ਸੇ ਕਮ, ਕਿ ਜਿਸ ਵੇਲੇ ਵੀ ਕੋਈ ਨਾਗਰਿਕ ਇਹੋ ਜਿਹਾ ਮਿਲੇ ਕਿ ਜਿਹੜਾ ਆਪਣੀ ਸੰਭਾਲ ਤੋਂ ਕੁਛ ਕਮਜ਼ੋਰ ਹੈ, ਮੁਹਤਾਜ ਹੈ, ਲਾਚਾਰ ਹੈ, ਤੁਰੰਤ ਹੈਲਪਲਾਈਨ ਜਿਹੜੀ ਹੈਗੀ ਹੈ ਉੱਥੇ ਜਾ ਕੇ ਉਹਦੀ ਹੈਲਪ ਕਰੇ। ਹੌਸਪੀਟਲ ਸ਼ਿਫਟ ਕਰਨ, ਹੌਸਪੀਟਲ ਆਪਣੀ ਅਸੈਸਮੈਂਟ ਬਣਾਉਣ, ਜੇ ਵਾਰਸ ਲੱਭ ਜਾਣ ਉਹਨਾਂ ਦੇ ਹਵਾਲੇ ਕਰੇਗੀ ਪੁਲਿਸ, ਨਹੀਂ ਮੈਜਿਸਟਰੇਟ ਦੀ ਹੈਲਪ ਲਏਗੀ। ਮੈਜਿਸਟਰੇਟ ਜਿਹੜੇ ਹੈਗੇ ਆ ਉਹ ਯਕੀਨੀ ਬਣਾਉਣਗੇ ਵੀ ਜੇ ਵਾਰਸ ਨਹੀਂ ਲੱਭੇ ਤਾਂ ਜਿਹੜੀ ਵੀ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਹੈ, ਜਿਹੜਾ ਕੋਈ ਨਾਰੀ ਨਿਕੇਤਨ ਹੈ, ਜਿਹੋ ਜਿਹੀ ਉਹਦੀ ਮੈਂਟਲ ਕੰਡੀਸ਼ਨ ਡਾਕਟਰ ਨੇ ਜੋ ਵੀ ਦੱਸਣਾ, ਉਹਦੇ ਮੁਤਾਬਕ ਫਿਰ ਕੰਸਰਨਡ ਮੈਜਿਸਟਰੇਟ ਜਿਹੜੇ ਹੈਗੇ ਆ ਉਹਦੇ ਸ਼ੈਲਟਰ ਦਾ ਪ੍ਰਬੰਧ ਕਰਨਗੇ ਸਾਡੇ ਵਰਗੀਆਂ ਸੰਸਥਾਵਾਂ ਦੀ ਹੈਲਪ ਲੈ ਕੇ। ਅਤੇ ਬਾਕੀ ਜਿਹੜਾ ਐਗਜ਼ਿਸਟਿੰਗ ਕੋਈ ਇਨਫਰਾਸਟਰਕਚਰ ਹੈਗਾ, ਅਤੇ ਨਾਗਰਿਕ ਨੂੰ ਤੁਰੰਤ 24 ਘੰਟੇ ਮਤਲਬ ਜਿਹੜਾ ਸਿਸਟਮ ਹੈ, ਦੇਖੋ ਪੁਲਿਸ ਦੀ ਆਪਣੀ ਡਿਊਟੀ ਹੈ, ਸਾਰੀਆਂ ਪਾਵਰਾਂ ਪੁਲਿਸ ਕੋਲ ਨਹੀਂ ਹੈਗੀਆਂ, ਜਿਹੜੀਆਂ ਪਾਵਰਾਂ ਪੁਲਿਸ ਕੋਲ ਹੈ ਉਹ ਹੋਰ ਕੋਲ ਨਹੀਂ ਹੈਗੀਆਂ। ਪੁਲਿਸ ਆਪਣੀ ਡਿਊਟੀ ਕਰੇ, ਅਤੇ ਪੁਲਿਸ ਕੋਲ ਸਹੂਲਤ ਵੀ ਚਾਹੀਦੀ ਹੈ। ਇਹ ਨਹੀਂ ਵੀ ਕਿ ਗੱਡੀ ਦੇ ਦਿਓ ਅਤੇ ਇੰਨੀ ਮਤਲਬ ਏਰੀਆ ਹੋਵੇ ਉਹਦਾ, ਅਤੇ ਉਸ ਦੇ ਵਿੱਚ ਐਮਰਜੈਂਸੀ ਪੈ ਜਾਏ ਕਿ ਆਹ ਇਹ ਹਾਲਾਤ ਹੈ, ਕੋਈ ਲੜਕੀ ਹੈ, ਕੋਈ ਔਰਤ ਹੈ, ਕੋਈ ਬਜ਼ੁਰਗ ਹੈ, ਅਤੇ ਦੂਜੇ ਪਾਸੇ ਉਧਰ SHO ਨੂੰ ਜਾਣਾ ਪੈ ਜਾਏ, ਕਿਤੇ ਲੜਾਈ ਹੋ ਗਈ, ਕਿਤੇ ਦੂਜੇ ਪਾਸੇ ਕਿੰਨੇ ਤਰ੍ਹਾਂ ਦੇ ਕੰਮ ਹੁੰਦੇ। ਸ਼ਹਿਰ ਨੂੰ ਕੋਈ ਸੰਭਾਲਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ।